ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਸਕੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਆਪ ਸਹਿਜ ਪਾਠ ਕਰਨਾ ਬਹੁਤ ਔਖਾ ਹੈ, ਉਹਨਾਂ ਲਈ ਬਹੁਤ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਹੋ ਸਕੇ। ਇਹ ਕੰਟੀਨਿਊ ਸੀਰੀਜ਼ ਰੋਜ਼ਾਨਾ ਇੱਕ ਐਪੀਸੋਡ 35-40 ਮਿੰਟ ਦਾ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਆਪਣੇ ਗੁਰੂ ਦੇ ਪਿਆਰ ਵਿੱਚ ਬੈਠ ਕੇ ਇਸ ਵੀਡੀਓ ਨੂੰ ਫੋਲੋ ਕਰਨਾ ਹੈ। ਨਾਲੇ ਤੇ ਸਹਿਜ ਪਾਠ ਕਰਦਿਆਂ ਕਰਦਿਆਂ ਗੁਰੂ ਉਪਦੇਸ਼ ਸੋਚ ਸੁਭਾਅ ਵਿੱਚ ਇੰਸਟਾਲ ਹੋਣਗੇ। ਨਾਲ ਇੱਕ ਆਨੰਦ ਬਣੇਗਾ, ਇੱਕ ਫਖਰ ਜਾਗੇਗਾ। ਇੱਦਾਂ ਲੱਗੇਗਾ ਗੁਰੂ ਸਾਹਿਬ ਖੁਸ਼ ਹੋ ਰਹੇ ਨੇ। ਬਹੁਤ ਪਰਿਵਾਰਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਹੈ। ਕੁਝ ਸੰਸਥਾਵਾਂ ਨੇ ਇਸ ਨੂੰ ਖੁਦ ਆਪ ਸਹਿਜ ਪਾਠ ਕਰੋ ਦੀ ਲਹਿਰ ਵਜੋਂ ਪ੍ਰੇਰਨਾ ਦਿੱਤੀ ਹੈ ਤੇ ਕੁਝ ਕੁ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈ। ਸਾਰਿਆਂ ਦਾ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਪ੍ਰੇਰਿਤ ਕਰਦੇ ਰਹਿਣਾ ਹੈ। ਜਿਨ੍ਹਾਂ ਨੇ ਹਾਲੇ ਤੱਕ ਸਹਿਜ ਪਾਠ ਨਹੀਂ ਸ਼ੁਰੂ ਕੀਤਾ, ਤੁਸੀਂ YouTube ਤੇ ਜਾਣਾ, ਉੱਥੇ ਗੁਰਗਿਆਨ ਟੀਵੀ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਇਸ ਲੋਗੋ ਤੇ ਗੁਰਗਿਆਨ ਟੀਵੀ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ। ਉੱਥੇ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉੱਥੋਂ ਤੁਸੀਂ ਪਿਛਲੇ ਸਾਰੇ ਐਪੀਸੋਡਸ ਸੁਣ ਸਕਦੇ ਹੋ। ਰੋਜ਼ਾਨਾ ਐਪੀਸੋਡ ਅਪਲੋਡ ਹੁੰਦਾ ਹੈ। ਖੁਦ ਆਪ ਸਹਿਜ ਪਾਠ ਕਰੋ ਅਤੇ ਹੋਰਨਾਂ ਨੂੰ ਪ੍ਰੇਰਿਤ ਕਰੋ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 159 ਦੇ ਉੱਪਰ ਅੰਕਿਤ ਗੌੜੀ ਰਾਗ ਦੇ ਚੌਪਦੇ ਹਨ। 25ਵਾਂ ਸ਼ਬਦ ਹੈ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਸਨ, ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸ਼ੁਰੂ ਹੋਏ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ 5ਵਾਂ ਸ਼ਬਦ ਹੈ। ਆਓ ਸਿੱਖਣ ਦਾ ਯਤਨ ਕਰੀਏ ਜੀ। ਗੌੜੀ ਗੁਆਰੇਰੀ ਮਹਲਾ ਤੀਜਾ। ਗੌੜੀ ਰਾਗ ਵਿੱਚ ਗੁਆਰੇਰੀ ਇਹਦੀ ਕਿਸਮ ਹੈ। ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਬਚਨ ਹਨ। ਮਨ ਮਾਰੇ ਧਾਤ ਮਰ ਜਾਏ। ਧਾਤ ਮਨੁੱਖ ਦੇ ਅੰਦਰ ਮਟੀਰੀਅਲਿਸਟਿਕ ਥਾਟ ਹੈ, ਪਦਾਰਥਵਾਦੀ ਸੋਚ। ਉਹ ਕੀ ਹੈ? ਦੋ ਲੋੜਾਂ ਨੇ। ਇੱਕ ਘਰ ਬਣਾਉਣਾ ਹੈ, ਘਰ ਵਿੱਚ ਸੁੱਖ ਸਹੂਲਤਾਂ ਹੋਣ। ਦੂਸਰੀ ਲੋੜ ਹੈ ਘਰ ਦੇ ਵਿੱਚ ਏਕਤਾ ਹੋਵੇ, ਇਤਫਾਕ ਹੋਵੇ, ਆਪਸੀ ਪਿਆਰ ਹੋਵੇ। ਇੱਕ ਸੋਚ ਹੈ ਬੱਚਿਆਂ ਨੂੰ ਪੜ੍ਹਾਉਣਾ ਹੈ, ਪਾਲਣਾ ਪੋਸ਼ਣਾ ਹੈ। ਦੂਸਰੀ ਲੋੜ ਹੈ ਕਿ ਬੱਚਿਆਂ ਨੂੰ ਸੰਸਕਾਰ ਦੇਣੇ ਨੇ, ਚੰਗੇ ਸੰਸਕਾਰ, ਸਿੱਖੀ ਦੇ ਸੰਸਕਾਰ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਿਜ਼ਨਸ ਕਰਨਾ ਹੈ ਜਾਂ ਜੌਬ ਕਰਨੀ ਹੈ, ਇਹਨੂੰ ਕਹਿ ਲਓ ਪੈਸਾ ਵੀ ਕਮਾਉਣਾ ਹੈ, ਤੇ ਦੂਸਰਾ ਪਰਉਪਕਾਰ ਵੀ ਕਰਨਾ ਹੈ, ਕੌਮ ਦੇ ਭਲੇ ਲਈ ਵੀ ਕੁਝ ਕਰਨਾ। ਇੱਕ ਸੋਚ ਜਿਹੜੀ ਹੈ ਉਹ ਦੁਨਿਆਵੀ ਪ੍ਰਾਪਤੀਆਂ ਦੀ ਹੈ, ਇੱਕ ਸੋਚ ਰੱਬੀ ਪ੍ਰਾਪਤੀਆਂ ਦੀ ਹੈ, ਗੁਰੂ ਦੇ ਮਾਰਗ ਦੀਆਂ ਪ੍ਰਾਪਤੀਆਂ। ਉਹ ਸਪਿਰਿਚੁਅਲਿਸਟਿਕ ਥਾਟ ਦੇ ਵਿੱਚੋਂ ਨਿਕਲੇਗਾ। ਇੱਕ ਮਟੀਰੀਅਲਿਸਟਿਕ ਥਾਟ, ਪਦਾਰਥਵਾਦੀ ਸੋਚ। ਹਰ ਇੱਕ ਨੇ ਆਪਣੇ ਆਪਣੇ ਸੁਭਾਅ ਨੂੰ, ਆਪਣੀ ਆਪਣੀ ਸੋਚ ਨੂੰ ਪੜਚੋਲ ਕਰਨਾ ਹੈ। ਖਿੱਚ ਕਿੱਧਰ ਜ਼ਿਆਦਾ ਹੈ, ਜ਼ਿਆਦਾ ਟਾਈਮ ਕਿੱਧਰ ਸਪੈਂਡ ਕਰਦੇ ਹਾਂ। ਜੇ ਕਿਤੇ ਦੋਨੋਂ ਪ੍ਰਾਪਤੀਆਂ ਬਰਾਬਰ ਆ ਖੜਨ, ਇਹਨਾਂ 'ਚੋਂ ਇੱਕ ਪ੍ਰਾਪਤ ਹੋਏਗੀ, ਕਿਹੜੀ ਨਾਲ ਸਮਝੌਤਾ ਕਰਕੇ ਕਿਹੜੀ ਛੱਡਦੇ ਹਾਂ। ਜੇ ਤਾਂ ਗੁਰੂ ਦਾ ਮਾਰਗ, ਪਰਉਪਕਾਰ ਦਾ ਮਾਰਗ ਵਿਘਨ ਆਇਆ, ਛੱਡਤਾ, ਦੂਸਰੇ ਪਾਸੇ ਦੌੜ ਵਧਾ ਲਈ। ਉਧਰ ਵਿਘਨ ਆਇਆ ਬਿਜ਼ਨਸ ਦੇ ਵਿੱਚ, ਜੌਬ ਦੇ ਵਿੱਚ, ਤਾਂ ਫਿਰ ਵੀ ਉਧਰ ਦੌੜ ਵਧਾ ਲਈ, ਤਾਂ ਇਹਦਾ ਮਤਲਬ ਖਿੱਚ ਮਟੀਰੀਅਲਿਸਟਿਕ ਹੈ, ਉਹ ਧਾਤ ਹੈ।
ਅਗਰ ਇਹ ਸੋਚ ਮਰ ਜਾਵੇ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਘਰ ਛੋਟਾ ਹੋਵੇ ਕੋਈ ਗੱਲ ਨਹੀਂ, ਸੁੱਖ ਸਹੂਲਤਾਂ ਘੱਟ ਹੋਣ ਕੋਈ ਗੱਲ ਨਹੀਂ, ਘਰ ਵਿੱਚ ਏਕਤਾ ਇਤਫਾਕ ਹੋਵੇ, ਘਰ ਦੇ ਸਾਰੇ ਮੈਂਬਰ ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝਣ, ਇੱਕ ਦੂਸਰੇ ਦੀ ਕਦਰ ਕਰਨ, ਤਾਂ ਕਮਾਲ ਹੀ ਕਮਾਲ ਆਖੋ। ਇਹ ਪੂਰਤੀ ਕਿੱਥੋਂ ਹੋਏਗੀ? ਇਹ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਅਧਿਆਤਮਿਕ ਮਾਰਗ ਵਿੱਚ ਗੁਰੂ ਦੇ ਉਪਦੇਸ਼ਾਂ ਤੋਂ ਸਿੱਖ ਕੇ ਸੋਚ ਸੁਭਾਅ ਤੇ ਲਾਗੂ ਕਰਾਂਗੇ, ਤਦ ਇਹ ਗੱਲ ਬਣੇਗੀ, ਐਵੇਂ ਨਹੀਂ, ਗੱਲੀ ਬਾਤੀ ਨਹੀਂ। ਅੰਦਰ ਜਿਹੜੀ ਤਾਤ ਹੈ, ਪਿੱਛੇ ਇੱਕ ਸ਼ਬਦ ਆਇਆ ਸੀ, ਲਿਵ ਧਾਤ ਦੋਇ ਰਾਹ ਹੈ। ਮਨ ਜਦੋਂ ਅੰਦਰੋਂ ਨਿਕਲਦਾ ਹੈ, ਇੱਕ ਤਾਂ ਲਿਵ ਵਾਲੇ ਪਾਸੇ ਦਾ ਮਾਰਗ ਹੈ, ਇੱਕ ਧਾਤ ਵਾਲੇ ਪਾਸੇ ਦਾ ਮਾਰਗ ਹੈ। ਜਿੰਨਾ ਚਿਰ ਅੰਦਰ ਧਾਤ ਹੈ, ਮਟੀਰੀਅਲਿਸਟਿਕ ਥਾਟ ਹੈ, ਮਨੁੱਖ ਕਹਿੰਦਾ ਮੇਰੀਆਂ ਦੁਨਿਆਵੀ ਪ੍ਰਾਪਤੀਆਂ ਨਾ ਕਿਤੇ ਘਟ ਜਾਣ, ਬਹੁਤ ਸਾਰਾ ਪੈਸਾ ਕਮਾ ਲਵਾਂ, ਬਹੁਤ ਸਾਰੀ ਪ੍ਰਾਪਰਟੀ ਬਣਾ ਲਵਾਂ। ਅਖੀਰ ਕੀ ਹੁੰਦਾ ਹੈ? ਉਹ ਇਤਨਾ ਮਸਤ ਹੋ ਜਾਂਦਾ ਹੈ ਇਸ ਵਿੱਚ, ਇਤਨਾ ਉਲਝ ਜਾਂਦਾ ਹੈ, ਉਹ ਚਾਰ ਚਫੇਰੇ ਸਮਾਜ ਵਿੱਚੋਂ ਪੜਚੋਲ ਹੀ ਨਹੀਂ ਕਰ ਰਿਹਾ। ਤੂੰ ਦੇਖ, ਜਿਹੜੇ 4-5 ਪੀੜ੍ਹੀਆਂ ਤੋਂ ਪ੍ਰਾਪਰਟੀ ਕਮਾਉਣ, ਪੈਸਾ ਬਣਾਉਣ ਵਾਸਤੇ ਪਾਸੇ ਲੱਗੇ ਹੋਏ ਨੇ, ਕਿੰਨਾ ਕੁਛ ਗਵਾ ਗਏ ਨੇ ਘਰਾਂ ਵਿੱਚੋਂ। ਸਿੱਖੀ ਗਵਾ ਗਿਆ, ਕੋਈ ਗੁਰਮਤ ਗਵਾ ਗਿਆ, ਗੁਰਬਾਣੀ ਗਵਾ ਗਿਆ, ਪੱਲੇ ਕੀ ਰਹਿ ਗਿਆ? ਉਸੇ ਰਸਤੇ ਤੇ ਗੁਰਸਿੱਖਾ ਤੂੰ ਤੁਰ ਰਿਹਾ, ਹੱਦ ਹੋ ਗਈ। ਇਹ ਧਾਤ ਮਰੇ, ਇਸ ਪਾਸੇ ਤੋਂ ਮਨ ਮਰ ਕੇ ਗੁਰੂ ਦੇ ਮਾਰਗ ਤੇ ਤੁਰੇ, ਗੁਰੂ ਦੇ ਲਿਵ ਦੇ ਮਾਰਗ ਤੇ ਤੁਰੇ, ਤਾਂ ਇਹਨੂੰ ਰੱਬੀ ਮਾਰਗ ਦਾ ਰਸ ਆਏਗਾ, ਤਾਂ ਇਹਨੂੰ ਗੁਰੂ ਦੇ ਮਾਰਗ ਦਾ ਅੰਦਰੋਂ ਸਵਾਦ ਜਾਗੇਗਾ। ਬਿਨ ਮੂਏ ਕੈਸੇ ਹਰ ਪਾਏ, ਉਧਰੋਂ ਮਰਨ ਤੋਂ ਬਿਨਾਂ ਜਿੰਨਾ ਚਿਰ ਸੁਭਾਅ ਦਾ ਉਹ ਹਿੱਸਾ, ਉਹ ਖਿੱਚ, ਉਹ ਅਟਰੈਕਸ਼ਨ ਨਹੀਂ ਮਰਦੀ, ਤੇ ਰੱਬੀ ਮਾਰਗ ਨੂੰ ਕਿਵੇਂ ਪਾ ਲਏਗਾ? ਗੁਰੂ ਦੇ ਮਾਰਗ ਨੂੰ ਕਿਵੇਂ ਮਿਲੇਗਾ? ਫਿਰ ਉਹ ਸੁਭਾਅ ਸੋਚ ਵਿੱਚੋਂ ਮਰੇ ਕਿਵੇਂ? ਮਨ ਮਰੈ ਦਾਰੂ ਜਾਣੈ ਕੋਏ। ਇਹ ਮਨ ਉਧਰ ਕਿਉਂ ਖਿੱਚਿਆ ਜਾਂਦਾ ਹੈ? ਕਿਉਂਕਿ ਮਨ ਅੰਦਰ ਰੋਗ ਹੈ। ਉਸ ਰੋਗ ਵਾਸਤੇ ਮੈਡੀਸਨ, ਦਵਾਈ ਕਿਹੜੀ ਹੈ? ਵਿਰਲੇ ਨੇ ਜਿਹੜੇ ਸਮਝਦੇ ਨੇ। ਉਹ ਦਵਾਈ ਕਿਹੜੀ ਹੈ? ਮਨ ਸ਼ਬਦ ਮਰੈ ਬੁਝੈ ਜਨ ਸੋਏ। ਗੁਰੂ ਦਾ ਸ਼ਬਦ, ਗੁਰੂ ਦੇ ਉਪਦੇਸ਼, ਰੱਬੀ ਗਿਆਨ ਹੈ, ਸੱਚਾ ਗਿਆਨ ਹੈ, ਰੱਬੀ ਉਪਦੇਸ਼ ਹੈ। ਇਸ ਉਪਦੇਸ਼ ਰਾਹੀਂ, ਸ਼ਬਦ ਸਰੂਪ ਰਾਹੀਂ ਆਪਣੇ ਸੋਚ ਸੁਭਾਅ ਨੂੰ ਪੜਚੋਲੇਗਾ। ਆਪ ਨੂੰ ਨਹੀਂ ਸੀ ਪਤਾ ਲੱਗ ਰਿਹਾ ਮੇਰੀਆਂ ਆਹ ਸੁਭਾਅ ਵਿੱਚ ਕਮਜ਼ੋਰੀਆਂ ਨੇ, ਆਹ ਮੇਰੀਆਂ ਸੋਚ ਵਿੱਚ ਕਮਜ਼ੋਰੀਆਂ ਨੇ, ਜਿਸ ਕਰਕੇ ਮੈਂ ਗੁਰੂ ਦੇ ਮਾਰਗ ਦੇ, ਰੱਬ ਦੇ ਮਾਰਗ ਤੇ ਮੈਂ ਤੁਰ ਨਹੀਂ ਪਾ ਰਿਹਾ। ਆਹ ਮਨ ਦੀਆਂ ਸੋਚ ਦੀਆਂ ਕਮਜ਼ੋਰੀਆਂ ਸੀ, ਜਿਸ ਕਰਕੇ ਪਰਉਪਕਾਰ ਦੇ ਮਾਰਗ ਤੇ ਮੈਨੂੰ ਤੁਰਨਾ ਹੀ ਨਹੀਂ ਆਇਆ। ਫਿਰ ਗੁਰੂ ਉਪਦੇਸ਼ ਨੇ ਉਹ ਗੁਣ ਦੇ ਦੇਣੇ ਨੇ ਜਿਸ ਨਾਲ ਤੁਰੇਗਾ। ਸਤਿਗੁਰੂ ਕਹਿੰਦੇ ਉਹ ਜੀਵਨ ਸੇਵਕ ਹੁੰਦਾ ਹੈ ਤੇ ਵਿਰਲੇ ਹੁੰਦੇ ਨੇ। ਆਖੋ ਮਨ ਸ਼ਬਦ ਮਰੈ ਬੁਝੈ ਜਨ ਸੋਏ। ਉਹ ਬੁਝਦੇ ਨੇ, ਸਮਝਦੇ ਨੇ ਇਸ ਮਾਰਗ ਨੂੰ, ਜਿਸ ਨੂੰ ਬਖਸ਼ੇ ਦੇ ਵਡਿਆਈ। ਇਹਨੂੰ ਕਹਿੰਦੇ ਨੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਸ਼ ਦਿੱਤੀ ਹੋਈ ਹੈ। ਉਹ ਬਖਸ਼ਿਸ਼ ਦੇ ਪਾਤਰ ਬਣਦੇ, ਬਣਦੇ ਕਿਵੇਂ ਨੇ? ਗੁਰ ਪ੍ਰਸਾਦ ਹਰਮ ਬਸੈ ਮਨ ਆਈ ਰਹਾਉ। ਰਹਾਉ ਤਤ ਸਿਧਾਂਤ ਹੈ। ਉਹਨਾਂ ਨੇ ਗੁਰ ਸਰੂਪ ਨੂੰ ਸਮਝਿਆ, ਗੁਰੂ ਦੇ ਉਪਦੇਸ਼ ਨੂੰ ਸਮਝਿਆ। ਅੱਜ ਸਾਨੂੰ ਇਹ ਯਤਨ ਕਰਨੇ ਪੈਣਗੇ। ਅੱਜ 90% ਵਿਚਾਰੇ ਭਾਵੇਂ ਉਹ ਸਤਸੰਗਤ ਕਰਦੇ ਨੇ, ਭਾਵੇਂ ਬਾਣੀ ਵੀ ਪੜ੍ਹਦੇ ਨੇ, ਨਿਤਨੇਮੀ ਵੀ ਨੇ, ਸੇਵਾ ਸਿਮਰਨ ਸੰਗਤ ਵੀ ਕਰਦੇ ਨੇ, ਪਰ ਜਦੋਂ ਕਿਤੇ ਹੁਕਮਨਾਮਾ ਆਉਂਦਾ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਜਾਂ ਭਗਤ ਜੀ ਦਾ ਹੁਕਮਨਾਮਾ ਆਉਂਦਾ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ, ਤਾਂ ਉਹਨਾਂ ਨੂੰ ਸਮਝ ਕੁਛ ਨਹੀਂ ਲੱਗਦੀ ਕਿ ਕੀ ਕਿਹਾ ਜਾ ਰਿਹਾ। ਜੇ ਕਿਤੇ ਉਹ ਅਰਥ ਪੜ੍ਹ ਵੀ ਲੈਂਦੇ ਨੇ ਤਾਂ ਉਹਨਾਂ ਨੂੰ ਕਨਸੈਪਟ ਨਹੀਂ ਸਮਝ ਆ ਰਿਹਾ, ਰਮਜ਼ਾਂ ਨਹੀਂ ਸਮਝ ਆ ਰਹੀ। ਕਿਉਂ? ਇਸ ਪਾਸੇ ਯਤਨ ਹੀ ਨਹੀਂ ਕੀਤਾ। ਕੰਟੀਨਿਊ ਪ੍ਰੋਸੈਸ ਤੋਂ ਬਿਨਾਂ ਤਾਂ ਸਕੂਲ ਦੀ ਪੜ੍ਹਾਈ ਨਹੀਂ ਸਿਰੇ ਲੱਗਦੀ। ਕੰਟੀਨਿਊ ਪ੍ਰੋਸੈਸ ਤੋਂ ਬਿਨਾਂ ਤਾਂ ਨੌਕਰੀ 'ਚੋਂ ਫੇਲ ਹੋ ਜਾਏਗਾ। ਕੰਟੀਨਿਊ ਪ੍ਰੋਸੈਸ ਤੋਂ ਬਿਨਾਂ ਤਾਂ ਬਿਜ਼ਨਸ ਨਹੀਂ ਚੱਲੇਗਾ। ਤੇ ਗੁਰੂ ਵਾਲੇ ਪਾਸੇ ਕੰਟੀਨਿਊ ਪ੍ਰੋਸੈਸ ਨਹੀਂ ਆਇਆ, ਕਿਵੇਂ ਪ੍ਰਾਪਤੀ ਹੋਏਗੀ? ਤੇ ਗੁਰੂ ਦੇ ਉਪਦੇਸ਼ ਜਦੋਂ ਸਿੱਖੇਗਾ, ਰਮਜ਼ਾਂ ਸਮਝੇਗਾ, ਬੜਾ ਚੰਗਾ ਲੱਗਦਾ। ਮੈਨੂੰ ਫੀਡਬੈਕ ਆਈ ਕੱਲ੍ਹ ਦਾ ਐਪੀਸੋਡ ਸੁਣ ਕੇ। ਇੱਕ ਪਿਆਰੇ ਨੇ ਅੱਜ ਸਵੇਰੇ ਸਵੇਰੇ ਫੋਨ ਕੀਤਾ, ਭਾਈ ਸਾਹਿਬ ਜੀ ਤੁਹਾਡੇ 158 ਨੰਬਰ ਐਪੀਸੋਡ ਸੁਣ ਕੇ ਮੈਨੂੰ ਆਪਣੇ ਅੰਦਰੋਂ ਲਾਹਨਤ ਮਿਲੀ। ਮੈਂ ਪਰਉਪਕਾਰ ਦੇ ਮਾਰਗ ਤੇ ਛੋਟੇ ਜਿਹਾ ਵਿਘਨ ਹੋਣ ਤੇ ਡੋਲ ਕਿਉਂ ਜਾਂਦਾ ਸੀ। ਮੈਨੂੰ ਸਮਝ ਪਈ
ਕਿ ਮੈਂ ਆਪਣੇ ਬਿਜ਼ਨਸ ਵਿੱਚ ਤਾਂ ਜਦੋਂ ਘਾਟਾ ਪੈਂਦਾ ਸੀ ਤੇ ਮੈਂ ਦੌੜ ਵਧਾ ਦਿੰਦਾ ਸੀ, ਗੁਰੂ ਦੇ ਮਾਰਗ ਤੇ ਸੋਚਦਾ ਸੀ ਮੈਂ ਕੀ ਲੈਣਾ ਹੈ। ਤੁਹਾਡੇ ਕੱਲ੍ਹ ਦੇ ਐਪੀਸੋਡ ਨੇ ਮੇਰੇ ਅੰਦਰ ਐਸੀ ਚੋਟ ਮਾਰੀ, ਮੈਂ ਹੁਣ ਫੈਸਲਾ ਲੈ ਲਿਆ, ਪਰਉਪਕਾਰ ਕਰਾਂਗਾ, ਪਰਉਪਕਾਰੀਆਂ ਦੀ ਸਪੋਰਟ ਕਰਾਂਗਾ। ਇਸ ਕਾਫਲੇ ਦਾ ਮੈਂ ਵੀ ਇੱਕ ਰਾਹੀ ਬਣਾਂਗਾ। ਸ਼ੁਕਰ ਵਾਹਿਗੁਰੂ ਦਾ, ਅਸਰ ਹੋ ਰਿਹਾ। ਬਸ ਕਠੋਰ ਹਿਰਦੇ ਤੇ ਅਸਰ ਨਹੀਂ ਹੁੰਦਾ, ਜਿਹੜਾ ਹਿਰਦਾ ਨਾਜ਼ੁਕ ਹੁੰਦਾ ਹੈ ਨਾ, ਉਹਦੀ ਤਾਂ ਭੁੱਬ ਨਿਕਲਦੀ ਹੈ। ਅਸਰ ਹੋ ਰਿਹਾ ਹੈ, ਮੈਂ ਸਮਝਾਂਗਾ ਸੇਵਾ ਸਫਲ ਹੋ ਰਹੀ ਹੈ। ਇਸੇ ਕਰਕੇ ਇਸ ਵੀਡੀਓ ਰਾਹੀਂ ਗੁਰੂ ਕਾ ਖਜ਼ਾਨਾ ਲੈ ਕੇ ਜਿੰਨੀ ਕੁ ਤੁੱਛ ਬੁੱਧੀ ਹੈ ਤੁਹਾਡੇ ਘਰ ਪਹੁੰਚਦਾ ਹਾਂ, ਵੰਡਦਾ ਹਾਂ। ਤੁਹਾਡੇ ਬੱਚਿਆਂ ਨੂੰ ਵੰਡਦਾ, ਤੁਹਾਡੇ ਪਰਿਵਾਰ ਨੂੰ ਵੰਡਦਾ। ਤੁਸੀਂ ਖੁਦ ਰਿਸ਼ਤੇਦਾਰਾਂ ਨੂੰ ਵੰਡਦੇ ਹੋ, ਮਿੱਤਰਾਂ ਨੂੰ ਵੰਡਦੇ ਹੋ। ਸ਼ੁਕਰ ਵਾਹਿਗੁਰੂ ਦਾ, ਸਾਡਾ ਫਰਜ਼ ਹੈ। ਕਿਉਂਕਿ ਗੁਰਬਾਣੀ ਦੇ ਉਪਦੇਸ਼ ਸੁਣਦੇ ਹਾਂ, ਬਖਸ਼ਿਸ਼ ਦਾ ਪਾਤਰ ਬਣਦਾ, ਅੰਦਰੋਂ ਹੁਲਾਰੇ ਉੱਠਦੇ ਨੇ, ਮਿੱਠੇ ਮਿੱਠੇ ਹਲੂਣੇ ਮਿਲਦੇ ਨੇ, ਜਜ਼ਬੇ ਮਿਲਦੇ ਨੇ। ਇਸੇ ਨੂੰ ਗੁਰੂ ਦੀ ਕਿਰਪਾ ਕਿਹਾ, ਗੁਰ ਪ੍ਰਸਾਦ ਹਰ ਬਸੈ ਮਨ ਆਈ ਰਹਾਓ। ਇਹ ਰਹਾਓ ਹੈ, ਸੈਂਟਰਲ ਆਈਡੀਆ ਹੈ। ਜਦੋਂ ਗੁਰ ਸਰੂਪ ਦੀ ਕਿਰਪਾ ਹੁੰਦੀ ਨਾ, ਗੁਰੂ ਦੇ ਉਪਦੇਸ਼ ਦੀ ਕਿਰਪਾ ਹੁੰਦੀ, ਮਨ ਰੱਬ ਦੇ ਮਾਰਗ ਤੇ, ਰੱਬ ਦੇ ਸੱਚੇ ਗਿਆਨ ਨਾਲ ਪਿਆਰ ਕਰਦਾ ਹੈ। ਇਹਨੂੰ ਕਹਿੰਦੇ ਨੇ ਵਾਹਿਗੁਰੂ ਜੀ ਮਨ ਵਿੱਚ ਵਸਦੇ ਨੇ। ਆਖੋ ਗੁਰਮੁਖ ਕਰਨੀ ਕਾਰ ਕਮਾਵੈ। ਫਿਰ ਉਹਦਾ ਮਨ ਤੇ ਉਹਦੀ ਮੱਤ ਤੇ ਉਹਦੀ ਜ਼ਿੰਦਗੀ ਦੀ ਕਾਰ ਪਤਾ ਕੀ ਹੁੰਦੀ ਹੈ? ਜੋ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਕਹਿ ਰਹੇ ਨੇ, ਮੰਨਦੇ ਨੇ। ਮੰਨਣਾ ਹੀ ਕਾਰ ਹੈ। ਤੇ ਉਹਨਾਂ ਦੀ ਕਰਨੀ, ਉਹਨਾਂ ਦਾ ਜੀਵਨ ਉੱਚਾ ਹੁੰਦਾ ਹੈ। ਉਹਨਾਂ ਦਾ ਸੁਭਾਅ ਆਮ ਦੁਨੀਆ ਦੇ ਸੁਭਾਅ ਨਾਲੋਂ ਉੱਚੇ ਲੈਵਲ ਦਾ। ਉਹਨਾਂ ਦੀ ਸੋਚ ਦੁਨੀਆ ਨਾਲੋਂ ਕਿਤੇ ਉੱਚੀ ਸੋਚ ਬਣ ਜਾਂਦੀ ਹੈ। ਤਾਂ ਇਸ ਮਨ ਕੀ ਸੋਝੀ ਪਾਵੈ। ਤਾਂ ਫਿਰ ਇਸ ਤਰੀਕੇ ਨਾਲ ਇਹ ਮਨ ਸੋਝੀ ਪ੍ਰਾਪਤ ਕਰਦਾ ਹੈ। ਇਹਨੂੰ ਅਸਲੀ ਸਮਝ ਆਉਂਦੀ ਹੈ ਜ਼ਿੰਦਗੀ ਦੀ ਰਮਜ਼। ਨਹੀਂ ਤੇ ਗੁਰੂ ਦੇ ਉਪਦੇਸ਼ ਤੋਂ ਟੁੱਟੇ ਹੋਏ ਮਨੁੱਖ, ਉਹਨਾਂ ਦਾ ਮਨ ਮੈਂ ਮਤ ਮੈਗਲ ਮਿਕਦਾਰਾ। ਮੈਗਲ ਹੁੰਦਾ ਹਾਥੀ, ਮਤ ਇੱਥੇ ਮਤ ਦੇ ਅਰਥ ਹੈ ਮਸਤ ਹੋਇਆ ਵਿਆ। ਜਿਵੇਂ ਹਾਥੀ ਨੂੰ ਸ਼ਰਾਬ ਪਿਲਾ ਦਿੱਤੀ ਜਾਂਦੀ ਹੈ ਤੇ ਉਹਦੀ ਡੋਜ਼ ਕਿੰਨੀ ਹੈ, ਉਸ ਮੁਤਾਬਕ ਉਹਦੀ ਮਿਕਦਾਰ ਅਨੁਸਾਰ ਉਹਨੂੰ ਸ਼ਰਾਬ ਪਿਲਾ ਦਿੱਤੀ ਜਾਂਦੀ ਹੈ ਤੇ ਉਹ ਮਸਤ ਹੋ ਜਾਂਦਾ ਹੈ। ਆਮ ਤੌਰ ਤੇ ਪੁਰਾਤਨ ਸਮਿਆਂ 'ਚ ਜਿਹੜੀ ਹਾਥੀਆਂ ਦੀ ਫੌਜ ਹੁੰਦੀ ਸੀ, ਉਹ ਬਾਦਸ਼ਾਹ ਕੁਝ ਕੁ ਹਾਥੀ ਉਸ ਤਰ੍ਹਾਂ ਦੇ ਰੱਖੇ ਹੁੰਦੇ ਸੀ ਜਿਨ੍ਹਾਂ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਲਿਆਉਂਦੇ ਸੀ। ਜਦੋਂ ਅਨੰਦਪੁਰ ਸਾਹਿਬ ਦੇ ਜੰਗ ਵਿੱਚ ਗੁਰੂ ਪਾਤਸ਼ਾਹ ਦੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਉਹਨਾਂ ਸਕੀਮ ਬਣਾਈ ਸੀ, ਉਹ ਵੀ ਹਾਥੀ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਲੈ ਕੇ ਆਏ ਸੀ, ਜਿਹਦੇ ਨਾਲ ਮੁਕਾਬਲਾ ਭਾਈ ਬਚਿੱਤਰ ਸਿੰਘ ਹੋਰਾਂ ਨੇ ਨਾਗਣੀ ਮਾਰ ਕੇ ਕੀਤਾ ਸੀ। ਸਤਿਗੁਰੂ ਕਹਿੰਦੇ ਇਹ ਮਨ ਉਸ ਤਰ੍ਹਾਂ ਹੀ ਦੁਨਿਆਵੀ ਖਿੱਚ ਦੇ, ਹੰਕਾਰ ਦੇ ਰਸ ਵਿੱਚ ਦੁਨਿਆਵੀ ਖਿੱਚ ਦਾ ਨਸ਼ਾ ਚੜ੍ਹ ਜਾਂਦਾ ਇਹਨੂੰ, ਦੁਨਿਆਵੀ ਪ੍ਰਾਪਤੀਆਂ ਦਾ। ਆਹ ਕਰ ਲਾਂ, ਆਹ ਕਰ ਲਾਂ। ਫਿਰ ਇਹਨੂੰ ਆਪਣੇ ਸੁਭਾਅ ਤੇ ਹੰਕਾਰ ਹੋ ਜਾਂਦਾ, ਆਪਣੀ ਸੋਚ ਤੇ ਹੰਕਾਰ ਹੋ ਜਾਂਦਾ। ਇਹ ਜਦੋਂ ਨਸ਼ਾ ਚੜ੍ਹਦਾ ਹੈ ਨਾ, ਇਹਦੇ ਅੰਦਰ ਵੀ ਨਸ਼ੇ ਦੀ ਮਿਕਦਾਰ ਉਸ ਹਾਥੀ ਵਾਂਗੂ ਬਣ ਜਾਂਦੀ ਹੈ। ਇਹ ਮਸਤ ਜਿਹੜਾ ਮਨ ਹੈ ਨਾ, ਹਾਥੀ ਵਾਂਗੂ ਮਸਤ ਹੋਇਆ, ਇਹਦਾ ਇੱਕੋ ਇੱਕ ਇਲਾਜ ਹੈ, ਗੁਰ ਅੰਕਸ ਮਾਰ ਜੀਵਾਲਣ ਹਾਰਾ। ਉਸ ਮਸਤ ਹਾਥੀ ਨੂੰ ਕੰਟਰੋਲ ਕਰਦਾ ਉਹਦਾ ਡਰਾਈਵਰ, ਉਹਦਾ ਮੁਹਾਵਤ ਜਿਹੜਾ ਹਾਥੀ ਨੂੰ ਕੰਟਰੋਲ ਕਰ ਰਿਹਾ ਹੁੰਦਾ, ਉਹਦੇ ਕੋਲ ਇੱਕ ਕੁੰਡਾ ਹੁੰਦਾ ਹੈ, ਉਹ ਮਾਰਦਾ ਹੈ। ਭਾਈ ਬਚਿੱਤਰ ਸਿੰਘ ਨੇ ਜਿਸ ਹਾਥੀ ਨਾਲ ਮੁਕਾਬਲਾ ਕੀਤਾ ਸੀ ਨਾ, ਉਹਦਾ ਜਿਹੜਾ ਮੁਹਾਵਤ ਸੀ ਉਹਨੂੰ ਚਲਾਉਣ ਵਾਲਾ, ਉਹ ਨੇਜੇ ਨਾਲ ਚੋਟ ਮਾਰਦਾ ਸੀ ਅੰਦਰੋਂ, ਕਿਉਂਕਿ ਮਸਤ ਆ ਉਹ। ਤਿੱਖਾ ਨੇਜਾ ਮਾਰਦਾ ਸੀ ਤਾਂ ਕਿ ਹੋਰ ਅੱਗੇ ਵਧੇ ਤੇ ਕਿਲੇ ਦਾ ਦਰਵਾਜ਼ਾ ਤੋੜ ਦੇਵੇ। ਇਸ ਤਰ੍ਹਾਂ ਇਹ ਜਿਹੜਾ ਮਨ ਹੈ ਨਾ, ਇਹਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜਦੀ ਆਖੋ। ਗੁਰੂ ਦਾ ਸ਼ਬਦ ਉਹ ਅੰਕੁਸ਼ ਹੈ, ਜਿਵੇਂ ਹਾਥੀ ਦਾ ਮੁਹਾਵਤ ਹਾਥੀ ਨੂੰ ਕੰਟਰੋਲ ਕਰਨ ਵਾਸਤੇ ਕੁੰਡਾ ਰੱਖਦਾ ਹੈ। ਗੁਰੂ ਦੇ ਸ਼ਬਦ ਦੀ ਜਦੋਂ ਚੋਟ ਵੱਜਦੀ ਨਾ, ਤੀਰ ਵੱਜਦਾ, ਭੁੱਬ ਨਿਕਲਦੀ ਹੈ। ਜਿਨ੍ਹਾਂ ਦੇ ਅੰਦਰੋਂ ਗੁਰੂ ਦਾ ਸ਼ਬਦ ਸੁਣ ਕੇ, ਉਪਦੇਸ਼ ਸੁਣ ਕੇ ਭੁੱਬ ਨਹੀਂ ਨਾ ਨਿਕਲਦੀ, ਲੂਣਿਆ ਨਹੀਂ ਨਾ ਜਾਂਦਾ, ਉਹਨਾਂ ਦਾ ਹਿਰਦਾ ਕਠੋਰ ਹੁੰਦਾ ਆਖੋ। ਉਸ ਹਿਰਦੇ ਵਿੱਚ ਬੈਰਾਗ ਨਹੀਂ ਹੁੰਦਾ, ਉਸ ਹਿਰਦੇ ਵਿੱਚ ਅਹਿਸਾਸ ਨਹੀਂ ਹੁੰਦਾ। ਉਹਨਾਂ ਨੂੰ ਆਪਣੇ ਸੁਭਾਅ ਤੇ ਹੰਕਾਰ ਹੁੰਦਾ ਹੈ, ਆਪਣੀ ਸੋਚ ਤੇ ਹੰਕਾਰ ਹੁੰਦਾ ਹੈ। ਇਹ ਗੁਰੂ ਦੇ ਉਪਦੇਸ਼ ਦਾ ਕੁੰਡਾ ਅੰਕੁਸ਼ ਮਾਰ ਜੀਵਾਲਣ ਹਾਰਾ ਐਸੀ ਚੋਟ ਮਾਰਦਾ ਹੈ, ਉਸ ਵਾਲੇ ਪਾਸੇ ਤੋਂ ਸੁਭਾਅ ਨੂੰ ਮਾਰ ਕੇ ਇਸ ਪਾਸੇ ਦਾ ਸੁਭਾਅ ਜਿਉਂਦਾ ਹੋ ਜਾਂਦਾ ਆਖੋ। ਫਿਰ ਇਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਮਨ ਅਸਾਧ ਸਾਧ ਹੈ ਜਨ ਕੋਏ। ਇਹ ਜਿਹੜਾ ਮਨ ਸਿੱਧੇ ਪਾਸੇ ਤੁਰਦਾ ਹੀ ਨਹੀਂ ਸੀ, ਸਾਧਿਆ ਹੀ ਨਹੀਂ ਸੀ ਜਾਂਦਾ, ਇਹਦੀ ਖਿੱਚ ਰੋਂਗ ਅਟੈਂਸ਼ਨ ਸੀ,
ਉਹ ਸਾਧਿਆ ਜਾਂਦਾ ਹੈ ਗੁਰੂ ਦੇ ਉਪਦੇਸ਼ ਅਨੁਸਾਰ, ਉਹ ਫਿਰ ਸੇਵਕ ਬਣ ਜਾਂਦਾ ਹੈ। ਪਰ ਹੁੰਦੇ ਵਿਰਲੇ ਨੇ, ਸੇ ਥੋੜੇ ਨਹੀਂ ਹੁੰਦੇ, ਜ਼ਿਆਦਾ ਨਹੀਂ ਹੁੰਦੇ। ਆਈਡੀਅਲ ਹਮੇਸ਼ਾ ਦੁਨੀਆ ਤੇ ਘੱਟ ਹੁੰਦੇ ਨੇ, ਆਈਕੋਨ ਹੁੰਦੇ ਹੀ ਵਿਰਲੇ ਵਿਰਲੇ ਨੇ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਵਿਰਲੇ ਹੁੰਦੇ ਨੇ। ਪਿੱਛੇ ਆਪਾਂ ਨਿਸ਼ਾਨੀ ਵਿਚਾਰੀ ਸੀ। ਤੁਸੀਂ ਦੁਨਿਆਵੀ ਮਾਹੌਲ ਵਿੱਚੋਂ, ਦੁਨਿਆਵੀ ਚਿੰਤਾਵਾਂ ਵਿੱਚੋਂ, ਦੁਨਿਆਵੀ ਫਿਕਰਾਂ ਵਿੱਚੋਂ, ਦੁਨੀਆ ਦੀ ਖਿੱਚ ਵਿੱਚੋਂ ਯਾਦ ਕਰੋ, ਕੋਈ ਨਾ ਕੋਈ ਵਿਅਕਤੀ ਜ਼ਰੂਰ ਹੁੰਦਾ ਹੈ ਤੁਹਾਡੇ ਕੋਲ ਬੈਠਦਾ ਹੈ। ਜਦੋਂ ਉਹ ਬੈਠਦਾ ਹੈ, ਉਦੋਂ ਗੁਰੂ ਕਾ ਮਾਹੌਲ ਕਿਵੇਂ ਸਿਰਜਿਆ ਜਾਂਦਾ ਹੈ, ਇਹੀ ਮਨ ਕਿਵੇਂ ਜਜ਼ਬਾ ਫੜ ਜਾਂਦਾ ਹੈ। ਕਿਉਂਕਿ ਮਨ ਅਸਾਧ ਸਾਧ ਹੈ ਜਨ ਕੋਏ, ਉਹ ਇਸ ਕੈਟੇਗਰੀ ਦੇ ਹੁੰਦੇ ਨੇ ਜਿਹੜੇ ਮਨ ਨੂੰ ਸਿੱਧੇ ਪਾਸੇ, ਜਿਹੜਾ ਮਨ ਕਦੀ ਤੁਰਦਾ ਨਹੀਂ ਨਾ, ਉਹਨਾਂ ਦਾ ਮਨ ਸਿੱਧੇ ਪਾਸੇ ਲੱਗਿਆ ਹੁੰਦਾ, ਉਹ ਆਪਣੇ ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੁੰਦੇ ਨੇ। ਅਚਾਰ ਚਰੈ ਤਾਂ ਨਿਰਮਲ ਹੋਏ, ਇਹ ਮਨ ਅਮੋੜ ਹੈ, ਇਮੂਵੇਬਲ ਹੈ। ਪਸ਼ੂ ਜਦੋਂ ਅਮੋੜ ਹੋ ਜਾਂਦਾ ਨਾ, ਉਹਨੂੰ ਜਿੱਥੋਂ ਖੁਰਾਕ ਮਿਲਣੀ ਹੁੰਦੀ ਹੈ, ਉਹ ਅਸਲੀ ਖੁਰਾਕ ਵੱਲ ਉਹਨੂੰ ਭੇਜਿਆ ਜਾਂਦਾ, ਪਰ ਉਹ ਜਾਂਦਾ ਹੀ ਨਹੀਂ ਉਧਰ ਨੂੰ, ਅਮੋੜ ਹੋ ਗਿਆ, ਕਿਉਂਕਿ ਉਹ ਦੂਜੀ ਖੁਰਾਕ ਵੱਲ ਜਾਂਦਾ ਹੈ। ਮਨ ਗੁਰੂ ਦੀ ਖੁਰਾਕ ਵੱਲ ਜਾਣ ਤੋਂ ਜਦੋਂ ਅਮੋੜ ਹੋ ਗਿਆ ਨਾ, ਇਮੂਵੇਬਲ ਹੋ ਗਿਆ, ਅਚਾਰ। ਤੇ ਜਦੋਂ ਗੁਰੂ ਦੇ ਸ਼ਬਦ ਦੀ ਚੋਟ ਵੱਜਦੀ ਹੈ ਨਾ, ਫਿਰ ਚਰੈ ਟੂ ਕੰਜ਼ਿਊਮ, ਇਸ ਨੂੰ ਪ੍ਰਾਪਤ ਕਰਨ ਤੁਰਦਾ ਹੈ, ਇਸ ਖੁਰਾਕ ਨੂੰ। ਫਿਰ ਇਹ ਸ਼ੁੱਧ ਹੋ ਜਾਂਦਾ ਤਾਂ ਨਿਰਮਲ ਹੋਏ। ਗੁਰਮੁਖ ਇਹ ਮਨ ਲਾਇਆ ਸਵਾਰ, ਗੁਰਮੁਖ ਇਹ ਮਨ ਲਿਆ ਸਵਾਰ। ਇਦਾਂ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਰਾਹੀਂ ਇਸ ਮਨ ਨੂੰ ਸੰਵਾਰ ਲਿਆ, ਸੁਭਾਉ ਸੋਚ ਨੂੰ ਸੰਵਾਰ ਲਿਆ। ਸਮਰਿਆ ਕਦੋਂ? ਉਹ ਮੈਂ ਵਿੱਚੋਂ ਤਜੇ ਵਿਕਾਰ, ਉਹ ਜਿਹੜਾ ਹੰਕਾਰ ਸੀ ਨਾ ਕਿ ਮੈਨੂੰ ਸਭ ਪਤਾ ਹੈ, ਹੰਕਾਰ ਸੀ ਮੇਰੀ ਸੋਚ, ਤੂੰ ਮੈਨੂੰ ਨਾ ਦੱਸ, ਉਹ ਹਉਮੈ ਦਾ ਵਿਕਾਰ ਮਿਟ ਗਿਆ। ਖੋ ਬਾਂਹ ਮਾਰ ਕੇ ਰੋ ਪਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਫਿਰ ਮਨੁੱਖ ਨੂੰ ਪਤਾ ਲੱਗਦਾ, ਮੈਨੂੰ ਬਚਪਨ 'ਚ ਕੁਸੰਗ ਮਿਲਿਆ, ਟੀਨਏਜ ਵਿੱਚ ਕੁਸੰਗ ਮਿਲਿਆ, ਜਵਾਨੀ 'ਚ ਕੁਸੰਗ ਮਿਲਿਆ। ਉਸ ਕੁਸੰਗ ਨੇ ਮੇਰੇ ਅੰਦਰ ਕੂੜ ਕਬਾਰ ਪੜਿਆ ਪਿਆ ਸੀ, ਮੈਨੂੰ ਸੱਚ ਦੀ ਸੋਝੀ ਨਹੀਂ ਆਈ। ਜੇ ਕਿਤੋਂ ਸੱਚ ਦੀ ਸੋਝੀ ਮਿਲਦੀ ਸੀ ਤਾਂ ਉਸਨੂੰ ਧੱਕੇ ਮਾਰਦਾ ਸੀ, ਉਹ ਤਾਂ ਸੱਚ ਵਿੱਚੋਂ ਵੀ ਨੁਕਸ ਲੱਭਦਾ ਸੀ, ਬਿਰਤੀ ਹੋਈ ਪੁੱਠੀ ਹੋਈ ਸੀ। ਇਹ ਗੁਰੂ ਦੇ ਸ਼ਬਦ ਦਾ ਜਦੋਂ ਤੀਰ ਵੱਜ ਗਿਆ ਨਾ, ਇਹ ਹੰਕਾਰ ਮਿਟ ਜਾਏਗਾ। ਅੱਖਾਂ 'ਚੋਂ ਹੰਝੂ ਤ੍ਰਿਪ ਤ੍ਰਿਪ ਕਰਕੇ ਬਹਿ ਤੁਰਨਗੇ, ਉਹ ਬਾਂਹ ਮਾਰੇਗਾ, ਉਹ ਧੁਰ ਹਿਰਦੇ ਵਿੱਚ ਇਹਦੀ ਨਵੀਂ ਚੰਗੀ ਵਿਚਾਰਧਾਰਾ ਹਿਰਦੇ ਵਿੱਚ ਲਿਖੀ ਜਾਏਗੀ, ਚੰਗੇ ਪਾਸੇ ਦੀ ਭਾਵਨਾ ਹਿਰਦੇ 'ਚੋਂ ਜਾਗ ਪਵੇਗੀ। ਉਹਨੂੰ ਲਿਖਿਆ ਹੈ, ਜੋ ਧੁਰ ਰਾਖਿਓਨ ਮੇਲ ਮਿਲਾਏ। ਇੱਦਾਂ ਵਾਹਿਗੁਰੂ ਜੀ ਉਹਨਾਂ ਨੂੰ ਧੁਰ ਹਿਰਦੇ 'ਚ ਰੱਖਦੇ ਨੇ, ਮਿਲਾਪ ਕਰਵਾਉਂਦੇ ਨੇ। ਕਿਵੇਂ? ਕਦੇ ਨਾ ਵਿਛੜਾ ਹੈ ਸ਼ਬਦ ਸਮਾਏ। ਉਹ ਗੁਰੂ ਦੇ ਉਪਦੇਸ਼ ਨਾਲ ਐਸਾ ਗੂੜਾ ਪਿਆਰ ਕਰਨ ਲੱਗ ਜਾਂਦੇ ਨੇ, ਸਮਾ ਜਾਂਦੇ ਨੇ, ਉਹ ਗੁਰੂ ਦੇ ਮਾਰਗ ਦੇ ਲਈ ਆਪਾ ਵਾਰ ਦਿੰਦੇ ਨੇ, ਫਿਰ ਉਹ ਕਦੀ ਵਿਛੜਦੇ ਨਹੀਂ। ਆਖੋ ਆਪਣੀ ਕਲਾ ਆਪੇ ਹੀ ਜਾਣ ਹੈ, ਇਹ ਕਿੱਦਾਂ ਵਰਤ ਜਾਂਦਾ ਵਰਤਾਰਾ, ਇਹ ਵਾਹਿਗੁਰੂ ਜੀ ਦੀ ਕਲਾ ਹੈ, ਉਹ ਆਪ ਹੀ ਜਾਣਦੇ ਨੇ। ਨਾਨਕ ਗੁਰਮੁਖ ਨਾਮ ਪਛਾਣ ਹੈ, ਇਹ ਨਾਨਕ ਜੀ ਉਹਨਾਂ ਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨਾਂ ਦੇ ਵਿੱਚੋਂ ਗਿਆਨ ਰੂਪੀ ਨਾਮ ਨੂੰ ਪਛਾਣ ਲਿਆ, ਭਾਵ ਗੂੜੀ ਸਾਂਝ ਪਾ ਲਈ, ਆਪਾ ਵਾਰ ਕੇ ਜਿਉਣਾ ਸਿੱਖ ਲਿਆ। ਗੌੜੀ ਗੁਆਰੇਰੀ ਮਹੱਲਾ ਤੀਜਾ, ਗੌੜੀ ਰਾਗ ਵਿੱਚ ਗੁਆਰੇਰੀ ਕਿਸਮ ਹੈ, 26ਵਾਂ ਸ਼ਬਦ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ 6ਵਾਂ ਸ਼ਬਦ ਸ਼ੁਰੂ ਹੋ ਰਿਹਾ। ਓ ਮੈਂ ਵਿੱਚ ਸਭ ਜਗ ਬੌਰਾ ਨਾ, ਆਪਣੇ ਸੁਭਾਅ ਨੂੰ ਪਰਫੈਕਟ ਮੰਨ ਲੈਣਾ, ਸਭ ਕੁਝ ਆਪਣੇ ਸੁਭਾਅ ਦੇ ਅਨੁਸਾਰ ਦੇਖਣਾ ਚਾਹਣਾ, ਆਪਣੇ ਸੁਭਾਅ ਦੇ ਉਲਟ ਸੁਣਨੀ, ਗੱਲ ਕੌੜੀ ਲੱਗਣੀ, ਆਪਣੀ ਸੋਚ ਨੂੰ ਪਰਫੈਕਟ ਮੰਨ ਲੈਣਾ। ਇਸ ਹਉਮੈ ਦੇ ਵਿੱਚ ਸਤਿਗੁਰੂ ਕਹਿੰਦੇ ਜਗ ਕਮਲਾ ਹੋਇਆ ਫਿਰਦਾ, ਬੌਰਾ ਨਾ, ਮਨ ਪਾਗਲ ਹੋ ਗਿਆ। ਦੂਜੈ ਭਾਏ ਭਰਮ ਭੁਲਾਨਾ, ਉਹ ਦੂਜੇ ਪਾਸੇ ਦੀ ਖਿੱਚ, ਦੁਨਿਆਵੀ ਪ੍ਰਾਪਤੀਆਂ ਨੂੰ ਸਭ ਕੁਝ ਮੰਨ ਕੇ ਇਹਦੇ ਵਿੱਚੋਂ ਜੀਵਨ ਸਫਲ ਕਰਨ ਦਾ ਜੋ ਭੁਲੇਖਾ ਹੈ, ਉਸ ਵਿੱਚ ਭੁੱਲਿਆ ਹੋਇਆ ਇਹ ਜਗ, ਇਹ ਸੰਸਾਰ, ਇਹ ਦੁਨੀਆ ਜੀਵਨ ਵਿਅਰਥ ਗਵਾ ਰਹੀ। ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨੈ, ਹਰ ਵੇਲੇ ਚਿੰਤਾ, ਦੁਨਿਆਵੀ ਪ੍ਰਾਪਤੀਆਂ ਦੀ ਚਿੰਤਾ, ਉੱਠਦੇ ਹੀ ਦੁਨਿਆਵੀ ਪ੍ਰਾਪਤੀਆਂ ਦੀ ਚਿੰਤਾ ਦਾ ਧਿਆਨ ਚਿਤਵੈ, ਉਸੇ ਪਾਸੇ ਚੇਤਨਾ ਹੈ, ਉਸੇ ਪਾਸੇ ਦੀ ਸੋਝੀ ਹੈ। ਆਪਣੇ ਸੁਭਾਅ ਨੂੰ ਨਹੀਂ ਪਛਾਣਿਆ, ਆਪਣੀ ਸੋਚ ਨੂੰ ਨਹੀਂ ਪਛਾਣਿਆ, ਆਪਣੇ ਅਸਲੀ ਮਾਰਗ ਨੂੰ ਨਹੀਂ ਪਛਾਣਿਆ, ਆਪ ਨਾ ਪਛਾਣਾ। ਧੰਦਾ ਕਰਦਿਆਂ
ਅਨ ਦਿਨ ਬਿਹਾਨਾ, ਦਿਨ ਰਾਤ ਇਹ ਧੰਦਾ ਪਿੱਟਿਆ। ਇੱਕ ਭੁਲੇਖਾ ਹੈ, ਮੈਂ ਇਤਨਾ ਪੈਸਾ ਕਮਾ ਲਾਂ, ਮੇਰੇ ਬੱਚੇ ਸੁਖੀ ਹੋ ਜਾਣਗੇ, ਮੈਂ ਪਰਿਵਾਰ ਲਈ ਇਤਨਾ ਕੁਛ ਕਰ ਦੇਵਾਂ, ਪਰ ਬੱਚਿਆਂ ਨੂੰ ਸੰਸਕਾਰ ਨਾ ਦੇ ਸਕਿਆ। ਉਲਟਾ ਅਮੀਰੀ ਤਾਂ ਪਤਾ ਨਹੀਂ ਆਈ ਜਾਂ ਨਾ ਆਈ, ਅਮੀਰੀ ਦਾ ਹੰਕਾਰ ਦੇ ਬੈਠਾ ਖੋਆ। ਘਰ ਵਿੱਚ ਏਕਤਾ ਦਾ ਮਾਹੌਲ ਸਿਰਜਣ ਵਾਸਤੇ ਯਤਨ ਨਾ ਕੀਤਾ, ਧੰਦਾ ਕਰਦਿਆਂ ਦਿਨ ਬਿਹਾਨ, ਦਿਨ ਰਾਤ ਗਵਾਈ ਤੁਰਿਆ ਗਿਆ, ਬਹੁਤ ਕੁਛ ਗਵਾ ਗਿਆ। ਅਖੀਰ ਜ਼ਿੰਦਗੀ 'ਚ ਪਛਤਾਵਾ ਪੱਲੇ ਪੈਂਦਾ। ਫਿਰਦਾ ਹੈ ਰਾਮ ਰਮੋ ਮੇਰੇ ਭਾਈ, ਇਹ ਮੇਰੇ ਭਾਈ, ਇਹ ਗੁਰਸਿੱਖੋ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਵਸਾਓ, ਹਿਰਦੇ ਵਿੱਚ ਸੱਚੇ ਗਿਆਨ ਦਾ ਪਿਆਰ ਹੋਵੇ, ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਨਾਲ ਪਿਆਰ ਹੋਵੇ, ਗੁਰੂ ਦੇ ਰੱਬੀ ਮਾਰਗ ਤੇ ਪਰਉਪਕਾਰ ਦੇ ਮਾਰਗ ਤੇ ਤੁਰਨ ਦੀ ਭਾਵਨਾ ਹੋਵੇ। ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਇਹ ਉਦੋਂ ਹੁੰਦਾ ਹੈ ਜਦੋਂ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਪ੍ਰੈਕਟੀਕਲ ਮੰਨਦੇ ਹਨ, ਸੋਚ ਸੁਭਾਅ ਤੇ ਲਾਗੂ ਕਰਕੇ ਜਿਹੜੀ ਸੁਰਤ ਹੈ ਨਾ, ਉਹ ਹਰੀ ਦੇ ਰਸ ਵਿੱਚ ਰਸੀ ਰਹਿੰਦੀ ਹੈ। ਕਮਾਲ ਹੈ। ਵਿਘਨ ਰੁਕਾਵਟਾਂ ਵਿੱਚ ਵੀ ਇਸ ਰਸ ਨੂੰ ਨਹੀਂ ਛੱਡਦੀ। ਗੁਰਮੁਖ ਹਿਰਦਾ ਜਿਨ ਰਾਮ ਪਛਾਤਾ, ਉਹਨਾਂ ਨੇ ਗੁਰੂ ਦੇ ਮੁਖ ਵਿੱਚੋਂ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਜਦੋਂ ਸਮਰਪਿਤ ਹੁੰਦੇ ਨੇ ਨਾ, ਉਹ ਜੀਵਨ ਗੁਰਮੁਖ ਹੁੰਦੇ ਨੇ। ਉਹਨਾਂ ਦੇ ਹਿਰਦੇ ਵਿੱਚ ਰੱਬ ਨਾਲ ਗੂੜੀ ਸਾਂਝ ਹੁੰਦੀ ਹੈ, ਰੱਬੀ ਮਾਰਗ ਨਾਲ ਗੂੜੀ ਸਾਂਝ ਹੁੰਦੀ। ਜਿੱਥੇ ਜਿੱਥੇ ਰਾਮ ਪਛਾਤਾ, ਪ੍ਰਭ ਪਛਾਤਾ ਸ਼ਬਦ ਆਉਂਦਾ ਨਾ, ਪਛਾਤਾ ਹੁੰਦਾ ਪਹਿਚਾਣ, ਗੂੜੀ ਪਹਿਚਾਣ, ਯਾਨੀ ਗੂੜਾ ਪਿਆਰ। ਉਹਨਾਂ ਨੂੰ ਸਮਝ ਲਿਆ, ਇਹੋ ਹੀ ਅਸਲੀ ਮਾਰਗ ਹੈ। ਜਗ ਜੀਵਨ ਸੇਵ ਜੁਗ ਚਾਰੇ ਜਾਤਾ, ਜਗ ਜੀਵਨ, ਜਗਤ ਨੂੰ ਆਤਮਿਕ ਜੀਵਨ ਦੇਣ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਸਲੀ ਸੇਵਾ ਕੀ ਹੈ? ਆਪਾ ਵਾਰਨਾ, ਰੱਬੀ ਗਿਆਨ ਅਨੁਸਾਰ ਜੀਵਨ ਜਿਉਣਾ। ਜੁਗ ਚਾਰੇ, ਸਾਡੇ ਅੰਦਰ ਚਾਰ ਤਰ੍ਹਾਂ ਦਾ ਮਾਹੌਲ ਬਣਦਾ ਹੈ। ਸਤਜੁਗ ਮਾਹੌਲ, ਕਲਯੁਗ ਮਾਹੌਲ, ਤ੍ਰੇਤਾ, ਦੁਆਪਰ ਸਾਡੇ ਅੰਦਰ ਬਣਦਾ ਹੈ। ਆਸਾ ਰਾਗ ਵਿੱਚ ਜ਼ਿਕਰ ਆਏਗਾ, ਉੱਥੇ ਸਿੱਖਾਂਗੇ। ਲਿਖਦੇ ਜਾਣਾ ਇਹੋ ਜਿਹੀਆਂ ਗੱਲਾਂ, ਨੋਟਸ ਬਣਾਉਂਦੇ ਰਹਿਣਾ, ਬੱਚਿਆਂ ਨੂੰ ਕਹਿਣਾ ਵੀ ਨੋਟਸ ਬਣਾਉਣ, ਕਿਉਂਕਿ ਜਦੋਂ ਆਪਾਂ ਨੋਟਸ ਬਣਾਉਂਦੇ ਹਾਂ, ਲਿਖਦਿਆਂ ਵੀ ਅੰਦਰ ਉਕਰਿਆ ਜਾਂਦਾ ਹੈ। ਜੇ ਤੁਸੀਂ ਨੋਟਸ ਬਣਾਉਂਦੇ ਗਏ ਨਾ, ਰੋਜ਼ਾਨਾ ਇੱਕ ਐਪੀਸੋਡ ਰਾਹੀਂ ਅਰਥਾਂ ਸਮੇਤ ਸਹਿਜ ਪਾਠ ਕਰਨ ਤੇ 4 ਸਾਲ ਲੱਗਣੇ ਨੇ ਲਗਾਤਾਰ। 4 ਸਾਲਾਂ ਵਿੱਚ ਜਿਹੜੇ ਨੋਟਸ ਬਣਾਏ ਹੋਣਗੇ ਨਾ, ਤੁਹਾਡੀ ਉਹ ਜਿਹੜੀ ਡਾਇਰੀ ਹੋਏਗੀ ਨਾ, ਹਿਸਟੋਰੀਕਲ ਹੋਏਗੀ। ਤੁਹਾਡਾ ਪਿਤਾ ਵਾਹਿਗੁਰੂ, ਤੁਹਾਡਾ ਪੁੱਤਰ, ਧੀਆਂ, ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ ਮਾਣ ਕਰਨਗੇ, ਆ ਮੇਰੇ ਪਿਤਾ ਜੀ ਦੀ, ਮੇਰੇ ਦਾਦਾ ਦਾਦੀ, ਨਾਨਾ ਨਾਨੀ ਦੀ ਡਾਇਰੀ ਹੈ। ਹੋ ਸਕਦਾ ਉਹ ਡਾਇਰੀ ਨੂੰ ਦੇਖ ਕੇ, ਉਹ ਨੋਟਸ ਪੜ੍ਹ ਕੇ ਉਹਨਾਂ ਅੰਦਰ ਵੀ ਚਾਉ ਜਾਗੇਗਾ, ਅਸੀਂ ਵੀ ਸਹਿਜ ਪਾਠ ਕਰੀਏ। ਇਹ ਗੁਰੂ ਪਾਤਸ਼ਾਹ ਨੇ ਇੱਕ ਸੇਵਾ ਬਖਸ਼ੀ ਹੈ। ਪਤਾ ਨਹੀਂ ਕਿਤਨਿਆਂ ਦੇ ਘਰ ਵਿੱਚ ਇਹ ਗੁਰੂ ਦਾ ਖਜ਼ਾਨਾ ਜਾਏਗਾ, ਪਤਾ ਨਹੀਂ ਕਿਤਨਿਆਂ ਦੇ ਅੰਦਰ ਇਹ ਲਗਨ ਲੱਗੇਗੀ ਅਰਥਾਂ ਸਮੇਤ ਸਹਿਜ ਪਾਠ ਕਰਨ ਦੀ। ਮੈਨੂੰ ਵਾਹਿਗੁਰੂ ਜੀ ਨੇ ਇਹ ਸੇਵਾ ਦਿੱਤੀ, ਮੈਂ ਇਸ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ ਹਾਂ, ਪਰ ਇਹ ਸਰੀਰ ਕਿੰਨਾ ਕੁ ਚਿਰ ਰਹਿਣਾ, ਮੈਂ ਵੀ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ। ਪਰ ਮੈਨੂੰ ਵਿਸ਼ਵਾਸ ਹੈ, ਮੈਂ ਤਾਂ ਸੰਸਾਰ ਤੋਂ ਚਲੇ ਜਾਣਾ ਹੈ, ਪਰ ਇਹ ਵੀਡੀਓ ਰਾਹੀਂ ਇਹ ਬੋਲ, ਇਹ ਮੇਰੀ ਤਸਵੀਰ ਫਿਰ ਵੀ ਲੋਕਾਂ ਦੇ ਘਰਾਂ 'ਚ ਪਹੁੰਚਦੀ ਰਹੇਗੀ। ਮੇਰੇ ਮਰਨ ਤੋਂ ਬਾਅਦ ਵੀ ਪਤਾ ਨਹੀਂ ਕਿਤਨਿਆਂ ਦੇ ਅੰਦਰ ਅਰਥਾਂ ਸਮੇਤ ਸਹਿਜ ਪਾਠ ਦਾ ਚਾਉ ਜਾਗਦਾ ਰਹੇਗਾ। ਬਸ ਜੇ ਮੇਰੇ ਮਰਨ ਤੋਂ ਬਾਅਦ ਵੀ ਇਸ ਵੀਡੀਓ ਰਾਹੀਂ ਇਹ ਅਰਥਾਂ ਸਮੇਤ ਸਹਿਜ ਪਾਠ ਦਾ ਚਾਉ ਜਾਗਦਾ ਰਿਹਾ, ਸਮਝਾਂਗਾ ਮੇਰਾ ਜੀਵਨ, ਮੇਰੀ ਸੇਵਾ ਗੁਰੂ ਨੇ ਪ੍ਰਵਾਨ ਕਰ ਲਈ। ਅੰਦਰ ਭੁੱਬ ਹੋਵੇ, ਆਪਣੇ ਰੱਬ ਨੂੰ ਦੇ ਲਈ ਆਪਾ ਵਾਰਨਾ, ਆਪਣੇ ਗੁਰੂ ਲਈ ਆਪਾ ਵਾਰਨਾ, ਤਾਂ ਅੰਦਰ ਕਿਸ ਤਰ੍ਹਾਂ ਦਾ ਮਰਜ਼ੀ ਮਾਹੌਲ ਹੋਵੇ, ਸਤਜੁਗ ਦੁਆਪਰ ਤ੍ਰੇਤਾ, ਬਾਹਰ ਨਹੀਂ, ਬਾਹਰ ਜਿਹੜੇ 4 ਯੁੱਗ ਨੇ, ਇਹ ਹਿੰਦੂ ਵੀਰਾਂ ਦਾ ਕਨਸੈਪਟ ਹੈ, ਉਹਨਾਂ ਨੂੰ ਮੁਬਾਰਕ ਹੈ। ਗੁਰਮਤਿ ਦਾ ਕਨਸੈਪਟ ਸਾਡੇ ਅੰਦਰ ਹੈ। ਫਿਰ ਹਰ ਤਰ੍ਹਾਂ ਦੇ ਮਾਹੌਲ ਵਿੱਚ ਇਹ ਅੰਦਰ ਭਾਵਨਾ ਬਣੀ ਰਹਿੰਦੀ, ਰੱਬ ਦੀ ਸੇਵਾ, ਗੁਰੂ ਦੀ ਸੇਵਾ ਦੀ। ਹਉ ਮੈਂ ਮਾਰ ਗੁਰ ਸ਼ਬਦ ਪਛਾਤਾ, ਇਹ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਅੰਦਰਲੀ ਹਉਮੈ ਮਾਰ ਦੇਣੀ, ਜੋ ਕਰਾ ਰਹੇ ਨੇ ਗੁਰੂ ਸਾਹਿਬ ਕਰਾ ਰਹੇ ਨੇ।
ਜੋ ਗੁਰੂ ਸਾਹਿਬ ਕਰਾ ਰਹੇ ਨੇ ਉਹ ਸੱਤ ਹੈ, ਵਾਹ ਵਾਹ, ਸ਼ੁਕਰ ਹੈ। ਫਿਰ ਇਹ ਗੁਰੂ ਦੇ ਉਪਦੇਸ਼ ਨਾਲ ਗੂੜੀ ਸਾਂਝ ਪੈਂਦੀ, ਪਛਾਤਾ ਗੂੜਾ ਪਿਆਰ ਪੈ ਜਾਂਦਾ। ਫਿਰ ਤੇ ਪਤਾ ਲੱਗਦਾ ਹੈ ਗੁਰੂ ਦੇ ਲਈ ਆਪਾ ਵਾਰਨਾ ਹੀ ਅਸਲੀ ਜ਼ਿੰਦਗੀ ਹੈ। ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਫਿਰ ਵਾਹਿਗੁਰੂ ਜੀ ਕਿਰਪਾ ਕਰਦੇ। ਕਿਵੇਂ ਕਰਦੇ ਨੇ? ਉਹ ਸਾਡੇ ਮਨ ਦੇ, ਸਾਡੀ ਮੱਤ ਦੇ ਕਰਮ ਦੇਖਦੇ ਨੇ। ਸਾਡੀਆਂ ਭਾਵਨਾਵਾਂ ਕੈਸੀਆਂ, ਸਾਡੀਆਂ ਇੱਛਾਵਾਂ ਕੈਸੀਆਂ, ਸਾਡੇ ਅੰਦਰ ਜਜ਼ਬਾ ਕਿਸ ਪਾਸੇ ਨੂੰ ਹੈ, ਸਾਡੀ ਲਗਨ ਕਿੱਧਰ ਨੂੰ ਜਾਂਦੀ ਹੈ, ਕਿਸ ਪਾਸੇ ਦਾ ਜਨੂਨ ਹੈ ਸਾਡੇ ਅੰਦਰ। ਕਿਸੇ ਦੇ ਅੰਦਰ ਬਿਜ਼ਨਸ ਕਰਨ ਦਾ ਜਨੂਨ ਹੈ, ਕਿਸੇ ਦੇ ਅੰਦਰ ਪੈਸਾ ਪ੍ਰਾਪਰਟੀ ਬਣਾਉਣ ਦਾ ਜਨੂਨ ਹੈ, ਕਿਸੇ ਦੇ ਅੰਦਰ ਪਰਉਪਕਾਰ ਦਾ ਜਨੂਨ ਹੈ। ਗੁਰੂ ਪਾਤਸ਼ਾਹ ਇਹਨਾਂ ਕਰਮਾਂ ਨੂੰ ਦੇਖਦੇ ਨੇ, ਮਨ ਦੇ, ਮੱਤ ਦੇ ਕਰਮਾਂ ਨੂੰ। ਉਸ ਤਰ੍ਹਾਂ ਦੀਆਂ ਵਿਧੀਆਂ ਬਣਾ ਦਿੰਦੇ ਨੇ ਵਿਧਾਤਾ। ਫਿਰ ਉਹ ਖੇਲ ਹੀ ਉਸ ਤਰ੍ਹਾਂ ਦਾ ਰਚ ਦਿੰਦੇ ਨੇ। ਸੋ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਉਹ ਜਨ, ਉਹ ਸੇਵਕ, ਸੱਚੇ ਸੇਵਕ ਨੇ ਜਿਹੜੇ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਪਿਆਰ ਕਰਦੇ ਨੇ, ਪ੍ਰੈਕਟੀਕਲ ਜਿਉਂਦੇ ਨੇ, ਜਿਨ੍ਹਾਂ ਨੂੰ ਗੁਰ ਸ਼ਬਦ ਨਾਲ ਮਿਲਾਪ ਕਰਵਾ ਦਿੱਤਾ। ਵਾਹਿਗੁਰੂ ਜੀ ਧਾਵਤ ਵਰਜੇ ਠਾਕ ਰਹਾਏ। ਕਦੀ ਸੋਚਣਾ ਜਿਹੜੇ ਪਰਉਪਕਾਰ ਕਰਦੇ ਨੇ ਕਿ ਉਹਨਾਂ ਨੂੰ ਪਰਿਵਾਰਕ ਸਮੱਸਿਆਵਾਂ ਨਹੀਂ ਆਉਂਦੀਆਂ, ਕਿ ਉਹਨਾਂ ਨੂੰ ਇਕਨੋਮਿਕਲ ਕ੍ਰਾਈਸਿਸ ਨਹੀਂ ਆਉਂਦੇ, ਕਿ ਉਹਨਾਂ ਦੀ ਜ਼ਿੰਦਗੀ 'ਚ ਵਿਘਨ ਰੁਕਾਵਟਾਂ ਨਹੀਂ ਆਉਂਦੀਆਂ, ਕਿ ਉਹਨਾਂ ਨੂੰ ਦੁਨੀਆ ਦੇ ਅਣਹੋਏ ਵਿਰੋਧ, ਅਣਹੋਈ ਨਿੰਦਾ ਨਹੀਂ ਝੱਲਣੀ ਪੈਂਦੀ। ਜਦੋਂ ਉਹਨਾਂ ਦੀ ਜ਼ਿੰਦਗੀ 'ਚ ਲੋਕ ਨਿੰਦਾ ਕਰਦੇ ਹੋਣਗੇ, ਵਿਰੋਧ ਕਰਦੇ ਹੋਣਗੇ, ਜਦੋਂ ਉਹਨਾਂ ਦੀਆਂ ਪਰਿਵਾਰਕ ਕ੍ਰਾਈਸਿਸ ਆਉਂਦਾ ਹੋਏਗਾ, ਪੈਸੇ ਦੀ ਸਮੱਸਿਆ ਆਉਂਦੀ ਹੋਏਗੀ, ਰੁਕਾਵਟ ਆਉਂਦੇ ਹੋਣਗੇ, ਕਿ ਉਹਨਾਂ ਦਾ ਮਨ ਨਹੀਂ ਡੋਲਦਾ ਹੋਏਗਾ? ਡੋਲਦਾ ਹੈ। ਪਰ ਗੁਰੂ ਦੇ ਸ਼ਬਦ ਨੇ ਡੋਲਦੇ ਹੋਏ ਮਨ ਨੂੰ ਫਿਰ ਇੱਧਰ ਲਾ ਦੇਣਾ ਹੁੰਦਾ। ਧਾਵਤ ਵਰਜੇ ਠਾਕਰਾ ਹੈ, ਜਿਹੜਾ ਮਨ ਉੱਧਰ ਵਰਜਦਾ, ਉੱਧਰ ਭੱਜਦਾ ਹੈ ਨਾ, ਉਹਨੂੰ ਵਰਜ ਦਿੰਦਾ ਹੈ ਗੁਰੂ ਦਾ ਉਪਦੇਸ਼। ਕਿ ਉਹਨਾਂ ਦਾ ਹੌਸਲਾ ਨਹੀਂ ਟੁੱਟਦਾ ਹੋਏਗਾ, ਛੱਡ ਪਰੇ, ਮੈਂ ਕੀ ਲੈਣਾ ਪਰਉਪਕਾਰ ਤੋਂ। ਜਦੋਂ ਵਿਘਨ ਰੁਕਾਵਟਾਂ ਆਉਂਦੀਆਂ, ਪਰਉਪਕਾਰੀ ਦੇ ਮਨ ਵਿੱਚ ਨਹੀਂ ਆਉਂਦਾ ਹੋਏਗਾ, ਜਿਨ੍ਹਾਂ ਲੋਕਾਂ ਦੇ ਲਈ ਪਰਉਪਕਾਰ ਕਰਦੇ ਜੇ ਉਹਨਾਂ ਨੂੰ ਹੀ ਨਹੀਂ ਹੈ ਤੇ ਆਪਾਂ ਕੀ ਲੈਣਾ ਹੈ। ਮਨ ਇੱਦਾਂ ਸੋਚ ਜਾਂਦਾ ਹੋਏਗਾ, ਪਰ ਗੁਰੂ ਦਾ ਸ਼ਬਦ ਫਿਰ ਉਸ ਨੂੰ ਵਰਜ ਕੇ ਇੱਧਰ ਲੈ ਆਉਂਦਾ। ਕੋਈ ਗੱਲ ਨਹੀਂ, ਜੇ ਲੋਕ ਕਦਰ ਨਹੀਂ ਕਰਦੇ ਤਾਂ ਗੁਰੂ ਨੇ, ਰੱਬ ਨੇ ਤਾਂ ਕਦਰ ਕਰਨੀ ਹੈ ਨਾ। ਫਿਰ ਸੁਖਮਨੀ ਸਾਹਿਬ ਦੀ ਪੰਕਤੀ ਇਸ ਮਨ ਨੂੰ ਵਰਜ ਕੇ ਰੋਕ ਦਿੰਦੀ ਹੈ। ਸੋ ਕਿਉ ਬਿਸਰੈ ਜੇ ਘਾਲ ਨਾ ਪਾਨਾ। ਕੋਈ ਗੱਲ ਨਹੀਂ, ਆਪਾਂ ਕਿਹੜਾ ਲੋਕਾਂ ਲਈ ਕਰ ਰਹੇ ਹਾਂ, ਕਰਦੇ ਤਾਂ ਗੁਰੂ ਲਈ ਆ ਨਾ। ਸੇਵਾ ਲੋਕਾਂ ਦੀ ਕਰਨੀ ਹੈ, ਪਰਉਪਕਾਰ ਲੋਕਾਂ ਲਈ ਕਰਨਾ ਹੈ, ਪਰਉਪਕਾਰ ਬੱਚਿਆਂ ਲਈ ਕਰਨਾ ਹੈ, ਪਰ ਕਰਨਾ ਤਾਂ ਆਪਣੇ ਗੁਰੂ ਵਾਸਤੇ ਹੈ ਨਾ। ਤੇ ਗੁਰੂ ਸਾਹਿਬ ਕਦੀ ਹੱਕ ਨਹੀਂ ਰੱਖਦੇ, ਨਵੇਂ ਨਵੇਂ ਰਾਹ ਖੋਲ੍ਹਦੇ ਨੇ, ਪਰਉਪਕਾਰੀ ਤੋਂ ਪਰਉਪਕਾਰ ਕਰਵਾਉਂਦੇ ਰਹਿੰਦੇ ਨੇ, ਕਰਵਾਉਂਦੇ ਰਹਿੰਦੇ ਨੇ, ਨਵੇਂ ਰਾਹ ਖੋਲ੍ਹਦੇ ਰਹਿੰਦੇ ਨੇ, ਮੰਜ਼ਿਲ ਤੇ ਪਹੁੰਚਾਉਂਦੇ ਰਹਿੰਦੇ ਨੇ। ਆਖੋ, ਕਿਉਂਕਿ ਕਰਮ ਵਿਧਾਤਾ ਨੇ, ਉਹ ਤਾਂ ਉਸ ਤਰ੍ਹਾਂ ਦੀਆਂ ਵਿਧੀਆਂ ਬਣਾ ਦਿੰਦੇ ਨੇ। ਨਾਮ ਨਵ ਨਿਧ ਗੁਰ ਤੇ ਪਾਏ, ਐਸੀ ਬਿਰਤੀ ਵਾਲੇ ਗੁਰਸਿੱਖ ਫਿਰ ਵਾਹਿਗੁਰੂ ਜੀ ਤੋਂ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੀ ਪ੍ਰਾਪਤੀ ਕਰ ਲੈਂਦੇ ਨੇ। ਫਿਰ ਉਹਨਾਂ ਨੂੰ ਇੱਕ ਸੋਚ ਬਣਦੀ ਹੈ, ਇਹਦੇ ਮੁਕਾਬਲੇ ਤੇ ਦੁਨੀਆ ਦੇ ਨਵ ਨਿਧੀਆਂ, ਨੌ ਖਜ਼ਾਨੇ, ਦੁਨੀਆ ਦੀ ਮਟੀਰੀਅਲਿਸਟਿਕ ਅਚੀਵਮੈਂਟ, ਇਹਦੇ ਮੁਕਾਬਲੇ ਤੇ ਕੁਛ ਵੀ ਨਹੀਂ। ਆਖੋ, ਬਖਸ਼ਿਸ਼ ਦੇ ਮੁਕਾਬਲੇ ਤੇ ਸਭ ਕੁਝ ਤੁੱਛ ਹੈ। ਇਹ ਜਿਹੜਾ ਖੇਲ ਅੰਦਰ ਬਣਦਾ ਨਾ, ਇਹਨੂੰ ਰੱਬ ਦੀ ਕਿਰਪਾ ਕਹਿੰਦੇ ਨੇ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਇੱਦਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਉਹਨਾਂ ਦਾ ਮਨ ਰੱਬੀ ਪਿਆਰ ਵਿੱਚ ਭਿੱਜਿਆ ਹੁੰਦਾ ਹੈ, ਰੱਬ ਦੇ ਮਾਰਗ ਦੇ ਤੁਰਨ ਦੇ ਰਸ ਵਿੱਚ ਭਿੱਜਿਆ ਹੁੰਦਾ ਹੈ। ਰਾਮ ਰਾਮ ਕਰਤੇ ਆ ਸੁਖ ਸ਼ਾਂਤ ਸਰੀਰ। ਇੱਦਾਂ ਉਹਨਾਂ ਦਾ ਜੀਵਨ ਦਾ ਹਰ ਹਿੱਸਾ ਜਪਣਾ ਬਣ ਜਾਂਦਾ ਹੈ। ਉਹਨਾਂ ਦਾ ਹਰ ਹਿੱਸਾ ਰੱਬ ਨਾਲ ਤੁਰਦਾ ਹੈ, ਰੱਬ ਦੇ ਰਸ ਵਿੱਚ ਹੁੰਦੇ ਨੇ। ਉਹ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ। ਇਹਨੂੰ ਰਾਮ ਰਾਮ ਕਰਦਿਆਂ ਕਿਹਾ ਹੈ, ਕਿਉਂਕਿ ਆਹੀ ਸ਼ਬਦ ਇੱਕ ਹੋਰ ਪੰਕਤੀ ਵਿੱਚ ਵੀ ਵਰਤਿਆ ਹੈ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜੇ ਤੁਹਾਡੀ ਜ਼ਿੰਦਗੀ ਦਾ ਹਰ ਹਿੱਸਾ ਜਪਣਾ ਬਣ ਗਿਆ ਨਾ, ਫਿਰ ਮਨ ਆਤਮਿਕ ਸੁੱਖ ਵਿੱਚ ਸ਼ਾਂਤ ਹੁੰਦਾ ਹੈ, ਸੰਤੁਸ਼ਟ ਹੁੰਦਾ ਹੈ, ਰਸ ਵਿੱਚ, ਜਜ਼ਬੇ ਵਿੱਚ ਜਿਉਂਦਾ ਹੈ। ਅੰਤਰ ਵਸੈ ਨਾ ਲਾਗੈ ਜਮ ਪੀਰ। ਅੰਦਰ ਵਾਹਿਗੁਰੂ ਜੀ ਦੀ ਭੈ ਭਾਵਨੀ ਵਸਦੀ ਹੈ। ਜਮ ਦੇ ਅਰਥ ਵਿਕਾਰ ਹੈ, ਪਸੰਗੀ ਪ੍ਰਵਿਰਤੀਆਂ ਨੇ, ਭੈੜੀਆਂ ਆਦਤਾਂ,
ਪਸ਼ੂ ਪ੍ਰਵਿਰਤੀਆਂ, ਫਿਰ ਉਹ ਉਹਨਾਂ ਦੀ ਖਿੱਚ ਨਹੀਂ ਪੈਦਾ ਹੁੰਦੀ ਇੱਧਰ ਅੰਦਰ, ਉਹ ਪਾਸਾ ਚੰਗਾ ਨਹੀਂ ਲੱਗਦਾ। ਆਪੇ ਸਾਹਿਬ, ਆਪ ਵਜ਼ੀਰ, ਫਿਰ ਵਾਹਿਗੁਰੂ ਜੀ ਨੇ ਬਖਸ਼ਿਸ਼ ਦੇਣੀ ਹੁੰਦੀ ਹੈ। ਉਹ ਆਪ ਹੀ ਮਾਲਕ ਹੈ ਅਤੇ ਆਪ ਹੀ ਵਜ਼ੀਰ ਹੈ, ਉਹਨੇ ਕਿਸੇ ਤੋਂ ਸਲਾਹ ਨਹੀਂ ਲੈਣੀ ਹੁੰਦੀ। ਨਾ ਕਿਸੇ ਦੀ ਸਲਾਹ ਚੱਲਦੀ ਹੈ ਕਿ ਅਸੀਂ ਕਹੀਏ ਰੱਬਾ ਇਹਨੂੰ ਬਖਸ਼ਿਸ਼ ਦੇ ਦੇ, ਰੱਬਾ ਇਹਨੂੰ ਆਹ ਦੇ ਦੇ, ਰੱਬਾ ਇਹਨੂੰ ਆਹ ਦੇ ਦੇ। ਤਾਂ ਪੁਜਾਰੀ ਸੋਚ ਨੇ ਸਾਡੇ ਅੰਦਰ ਪਾ ਦਿੱਤਾ। ਅਸੀਂ ਤੇ ਆਪ ਤੁਰਨਾ ਸੀ ਇਸ ਮਾਰਗ ਤੇ। ਸਤਿਗੁਰਾਂ ਨੇ ਖਜ਼ਾਨਾ ਸਾਡੀ ਝੋਲੀ ਪਾਇਆ ਏ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਦੀ ਸੇਵਾ ਕਰਨੀ ਸਿੱਖ, ਹਰ ਵੇਲੇ ਸੇਵਾ, ਆਪਾ ਵਾਰ ਕੇ ਜੀਵਨ ਜਿਉਣਾ, ਸੱਚੇ ਗਿਆਨ ਸੱਚੇ ਉਪਦੇਸ਼ ਨੂੰ ਆਪਾ ਵਾਰਨਾ, ਪਰਉਪਕਾਰੀ ਜੀਵਨ ਬਣਾਉਣਾ। ਗੌੜੀ ਗੁਆਰੇਰੀ ਮਹੱਲਾ ਤੀਜਾ। ਇਹ ਜਿਹੜੀ ਗੌੜੀ ਹੈ ਗੁਆਰੇਰੀ ਕਿਸਮ ਦੀ ਸਾਰੀ ਚੱਲ ਰਹੀ ਹੈ। ਗੌੜੀ ਰਾਗ ਦਾ 27ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ 7ਵਾਂ ਸ਼ਬਦ। ਸੋ ਕਿਉ ਵਿਸਰੈ ਜਿਸ ਕੇ ਜੀ ਪ੍ਰਾਨ। ਜਿਸ ਨੇ ਜੀਵਨ ਦਿੱਤਾ ਪਿਆਰਿਆ, ਸਵਾਸ ਦਿੱਤੇ ਨੇ, ਇਤਨਾ ਕੀਮਤੀ ਜੀਵਨ ਦਿੱਤਾ ਹੈ, ਜਿਹਨੇ ਸਭ ਕੁਝ ਦਿੱਤਾ ਹੈ, ਉਹਦੇ ਮਾਰਗ ਨੂੰ ਕਿਉਂ ਭੁੱਲਦਾ ਹੈ? ਉਹਦੀ ਯਾਦ ਕਿਉਂ ਭੁਲਾ ਦਿੰਦਾ ਹੈ? ਉਹਦੀ ਭੈ ਭਾਵਨੀ ਕਿਉਂ ਭੁਲਾ ਦਿੰਦਾ ਹੈ? ਤੈਨੂੰ ਪਰਿਵਾਰ ਕਦੀ ਨਹੀਂ ਭੁੱਲਦਾ, ਤੈਨੂੰ ਕਾਰੋਬਾਰ ਕਦੀ ਨਹੀਂ ਭੁੱਲਦਾ, ਤੇ ਜਿਹਨੇ ਸਭ ਕੁਝ ਦਿੱਤਾ ਹੈ ਉਹਨੂੰ ਕਿਉਂ ਭੁੱਲਦਾ ਹੈ? ਸੋ ਕਿਉਂ ਵਿਸਰੈ ਤਬ ਮਾਹੇ ਸਮਾਨਾ। ਜਦੋਂ ਤੂੰ ਕਿਸੇ ਦੀ ਨਿੰਦਾ ਕਰਦਾ ਨਾ, ਤੂੰ ਭੁੱਲ ਜਾਂਦਾ ਉਹਦੇ 'ਚ ਰੱਬ ਹੈ। ਜਦੋਂ ਤੂੰ ਕਿਸੇ ਨਾਲ ਨਫ਼ਰਤ ਕਰਦਾ ਨਾ, ਤੂੰ ਭੁੱਲ ਗਿਆ ਹੁੰਦਾ ਕਿ ਉਹਦੇ ਕੋਲੇ ਰੱਬੀ ਦਾਤਾਂ ਨੇ। ਭੁੱਲ ਗਿਆ ਹੁੰਦਾ ਪਿਆਰਿਆ, ਤੂੰ ਅੰਦਰੋਂ ਉਲਝਿਆ ਹੋਇਆ, ਤੇਰੀ ਖਿੱਚ ਉਲਝਣ ਤਾਣੀ ਵਾਲੇ ਪਾਸੇ, ਤੇਰੀ ਆਪਣੀ ਹੀ ਬੁਣੀ ਹੋਈ ਉਲਝਣ ਤਾਣੀ ਵਿੱਚ ਤੂੰ ਉਲਝਿਆ ਹੋਇਆ ਹੈ। ਕਿਉਂ ਵਿਸਾਰ ਰਿਹਾ ਜੋ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਵਾਹਿਗੁਰੂ ਹੈ। ਜਿਤ ਸੇਵਿਆ ਦਰਗਾਹ ਪਤ ਪਰਵਾਨਾ। ਜਿਸ ਵਾਹਿਗੁਰੂ ਜੀ ਦੀ ਸੇਵਾ ਜਿਹਨੂੰ ਕਰਨੀ ਆ ਗਈ ਨਾ, ਪਰਉਪਕਾਰੀ ਮਿਸ਼ਨ ਤੇ ਤੁਰਨਾ ਆ ਗਿਆ, ਰੱਬ ਦੀ ਦਰਗਾਹ 'ਚੋਂ ਉਹਨੂੰ ਪਤ ਦੇ ਅਰਥ ਬਖਸ਼ਿਸ਼ ਹੈ, ਸਿਰੋਪਾਉ ਦੇ ਰੂਪ ਵਿੱਚ ਮਿਲਦੀ ਹੈ। ਉਹਦਾ ਜੀਵਨ ਪ੍ਰਵਾਨ ਹੋ ਜਾਂਦਾ ਰੱਬ ਦੀ ਨਜ਼ਰ 'ਚ। ਹਰ ਕੇ ਨਾਮ ਵਿਟੋਂ ਬਲ ਜਾਉ। ਰੱਬ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਤੋਂ ਮੈਂ ਕੁਰਬਾਨ ਜਾਵਾਂ ਆਖੋ। ਇੱਥੇ ਕੁਰਬਾਨ ਜਾਣਾ ਨਾ, ਗਿਆਨ ਰੂਪੀ ਨਾਮ ਤੋਂ ਇੱਕ ਹੋਰ ਵੀ ਚੀਜ਼ ਸਮਝਿਓ। ਗੁਰੂ ਨਾਨਕ ਪਾਤਸ਼ਾਹ ਸਰਬ ਸਮਰੱਥ ਸਨ। ਉਹਨਾਂ ਦੀ ਆਪਣੀ ਬਾਣੀ, ਆਪਣੇ ਬਚਨ ਰੱਬੀ ਬਾਣੀ ਸੀ। ਪਰ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ, ਉਹ ਜਾਂਦੇ ਨੇ ਭਗਤ ਫਰੀਦ ਜੀ ਦੇ ਸਥਾਨ ਤੇ। ਉੱਥੇ ਭਗਤ ਫਰੀਦ ਜੀ ਦੀ ਗੱਦੀ 'ਚੋਂ, ਕਿਉਂਕਿ ਭਗਤ ਫਰੀਦ ਜੀ 250 ਸਾਲ ਪਹਿਲਾਂ ਹੋਏ ਨੇ, ਸ਼ੇਖ ਬ੍ਰਹਮ ਹੈ ਉਸ ਵੇਲੇ ਗੱਦੀ ਤੇ। ਉਹਨਾਂ ਕੋਲੇ ਪੋਥੀ ਹੈ ਜਿਹਦੇ ਤੇ ਭਗਤ ਫਰੀਦ ਜੀ ਦੇ ਬਚਨ ਨੇ। ਪੋਥੀ ਲੈਂਦੇ ਨੇ, ਪਤਾ ਨਹੀਂ ਕਿੱਦਾਂ ਲੈਂਦੇ ਨੇ, ਕਿਵੇਂ ਉਸ ਤੇ ਪ੍ਰਭਾਵ ਪਾਉਂਦੇ ਨੇ। ਗੁਰੂ ਪਾਤਸ਼ਾਹ ਤੋਂ ਪੋਥੀ ਲੈ ਕੇ ਆਉਂਦੇ ਨੇ, ਕੁਰਬਾਨ ਜਾਂਦੇ ਨੇ। ਕਿਉਂ? ਉਸ ਪੋਥੀ ਦੇ ਵਿੱਚ ਗਿਆਨ ਰੂਪੀ ਨਾਮ ਪਿਆ ਆਖੋ। ਭਗਤਾਂ ਦੀ ਬਾਣੀ ਜਿੱਥੇ ਜਿੱਥੇ ਜਾਂਦੇ ਨੇ ਉੱਥੋਂ ਕਲੈਕਟ ਕਰਦੇ ਨੇ। ਭੱਟਾਂ ਦੀ ਲਿਖਤ, ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਦੇ ਨੇ, ਕਿਉਂਕਿ ਉਹਦੇ 'ਚੋਂ ਗਿਆਨ ਦਾ ਖਜ਼ਾਨਾ ਹੈ। ਸਾਨੂੰ ਸਿਖਾਉਂਦੇ ਨੇ ਜੋ ਰੱਬੀ ਗਿਆਨ ਰੂਪੀ ਨਾਮ ਹੈ ਨਾ, ਉਹਦੇ ਤੋਂ ਕੁਰਬਾਨ ਜਾਣਾ ਆਪ ਸਿਖਾ ਰਹੇ ਨੇ, ਆਪ ਕੁਰਬਾਨ ਗਏ ਨੇ। 10ਵੇਂ ਪਾਤਸ਼ਾਹ ਨੇ ਫਿਰ ਮੱਥਾ ਟੇਕ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਿਆਨ ਰੂਪੀ ਨਾਮ ਲੱਭਾ ਲੱਭ ਭਰਿਆ। ਸਤਿਗੁਰੂ ਜੀ ਸਿਖਾ ਰਹੇ ਨੇ, ਹਰ ਕੇ ਨਾਮ ਬਿਟੋਂ ਬਲ ਜਾਉ, ਕੁਰਬਾਨ ਜਾਵਾਂ। ਤੂੰ ਬਿਸਰੈ ਤਦ ਹੀ ਮਰ ਜਾਉ। ਜਦੋਂ ਗਿਆਨ ਰੂਪੀ ਨਾਮ ਸੋਚ ਸੁਭਾਅ 'ਚੋਂ ਵਿਸਰ ਜਾਂਦਾ ਹੈ, ਰੱਬ ਦੀ ਯਾਦ ਭੈ ਭਾਵਨੀ ਵਿਸਰ ਜਾਂਦੀ ਹੈ, ਆਤਮਿਕ ਜੀਵਨ ਮਰ ਜਾਂਦਾ ਹੈ, ਆਤਮਿਕ ਮੌਤ ਆਉਂਦੀ ਹੈ। ਰਹਾਓ ਸੈਂਟਰਲ ਆਈਡੀਆ ਹੈ। ਜਦੋਂ ਹੀ ਗੁਰੂ ਦੇ ਗਿਆਨ ਨੂੰ, ਗੁਰੂ ਦੇ ਉਪਦੇਸ਼ ਨੂੰ ਮਨ ਭੁੱਲ ਜਾਂਦਾ ਨਾ, ਸੁਭਾਅ ਭੁੱਲ ਜਾਂਦਾ ਹੈ, ਉਸੇ ਵੇਲੇ ਸੁਭਾਅ ਦੂਸਰੇ ਪਾਸੇ ਉਲਝ ਜਾਂਦਾ, ਸੋਚ ਉਸੇ ਪਾਸੇ ਉਲਝ ਜਾਂਦੀ। ਤੈਨ ਤੂੰ ਵਿਸਰੈ ਇਹ ਤੁਦੇ ਆਪ ਭੁਲਾਏ। ਕਿਉਂਕਿ ਰੱਬ ਦਾ ਨਿਜ਼ਮ ਹੈ, ਉਹਨਾਂ ਦੇ ਅੰਦਰ ਖਿੱਚ ਦੂਸਰੇ ਪਾਸੇ ਦੀ ਹੈ, ਉਹਨਾਂ ਦੇ ਅੰਦਰ ਲਗਨ ਦੂਸਰੇ ਪਾਸੇ ਦੀ ਹੈ, ਤੇ ਰੱਬ ਦੇ ਨਿਜ਼ਮ ਨੇ ਫਿਰ ਉਹਨਾਂ ਨੂੰ ਭੁਲਾਇਆ ਹੋਇਆ, ਉਸ ਪਾਸੇ ਲਾਇਆ ਹੋਇਆ। ਤੈਨ ਤੂੰ ਵਿਸਰੈ ਜੇ ਦੂਜੈ ਭਾਏ। ਕਿਉਂਕਿ ਉਹਨਾਂ ਦੇ ਅੰਦਰ ਖਿੱਚ, ਪਿਆਰ ਦੂਜੇ ਭਾਏ, ਦੂਜੇ ਪਾਸੇ ਹੈ। ਉਹ ਵਿਸਾਰ ਕੇ ਜਿਉਂਦੇ ਨੇ। ਉਹਨਾਂ ਨੂੰ ਬਖਸ਼ਿਸ਼ ਦੀਆਂ ਪ੍ਰਾਪਤੀਆਂ ਵਾਸਤੇ ਉਨੀ ਖਿੱਚ ਨਹੀਂ, ਇੱਧਰੋਂ ਆਪਾਂ ਵਾਰ ਨਹੀਂ ਸਕਦੇ, ਦੁਨਿਆਵੀ ਪ੍ਰਾਪਤੀਆਂ ਲਈ ਆਪਾਂ ਵਾਰਦੇ ਨੇ। ਉਹਨਾਂ ਨੂੰ ਆਪਣੇ ਸੁਭਾਅ ਤੇ ਆਪਣੀ ਸੋਚ ਤੇ ਮਾਣ ਹੈ, ਤੇ ਜੀਵਨ ਮਨਮੁਖ ਬਣ ਜਾਂਦਾ ਹੈ। ਮਨ ਦੇ ਪਿੱਛੇ ਲੱਗ ਕੇ ਮਨਮੁਖ ਅਗਿਆਨੀ ਜੋਨੀ ਪਾਏ।
ਇੱਕ ਸਰੀਰ ਦੀਆਂ ਜੂਨੀਆਂ ਨੇ। ਸਰੀਰ ਜਨਮ ਲੈਂਦਾ ਹੈ, ਮਾਤਾ ਦੇ ਗਰਭ ਵਿੱਚ ਆਉਂਦਾ ਹੈ। ਮਨ ਦੀਆਂ ਜੂਨੀਆਂ ਨੇ। ਮਨ ਦਾ ਗਰਭ ਕੀ ਹੈ? ਅਗਿਆਨਤਾ, ਜਾਂ ਗਿਆਨ ਜਾਂ ਅਗਿਆਨਤਾ। ਜੇ ਗਿਆਨ ਹੈ, ਚੰਗੀ ਮੱਤ ਹੈ, ਉਸ ਵਿੱਚੋਂ ਗੁਰਮੁਖ ਜੀਵਨ ਜਨਮ ਲਏਗਾ। ਜੇ ਮਨ ਅਗਿਆਨਤਾ ਦੇ ਗਰਭ ਵਿੱਚ ਗਿਆ ਤੇ ਪਸ਼ੂ ਪ੍ਰਵਿਰਤੀਆਂ ਜਾਏਗਾ ਤੇ ਜੋਨੀ ਪਾਏ। ਇਸ ਤਰ੍ਹਾਂ ਇਹ ਮਨ ਜਿਹੜਾ ਨਾ, ਮਨਮੁਖਤਾਈ ਵਿੱਚ ਅਗਿਆਨਤਾ ਦੇ ਗਰਭ ਵਿੱਚੋਂ ਵੱਖ-ਵੱਖ ਜੂਨੀਆਂ ਇਹ ਭੋਗਦਾ ਹੈ, ਭਾਵ ਵੱਖ-ਵੱਖ ਪਸ਼ੂ ਪ੍ਰਵਿਰਤੀਆਂ ਦੇ ਸੁਭਾਅ ਵਿੱਚ ਜੀਵਨ ਜਿਉਂਦਾ ਹੈ। ਐਸੇ ਜੀਵਨ ਵਿੱਚ ਇਹ ਮਨ ਜੂਨੀਆਂ ਭੋਗ ਰਿਹਾ। ਆਖੋ, ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਿਨ੍ਹਾਂ ਦਾ ਮਨ ਪਿਆਰ ਵਿੱਚ ਭਿੱਜਿਆ ਨਾ, ਜਿਨ੍ਹਾਂ ਨੂੰ ਗੁਰੂ ਦਾ ਮਾਰਗ ਚੰਗਾ ਲੱਗਦਾ ਹੈ, ਸਮਝ ਲਓ ਰੱਬ ਖੁਸ਼ ਹੈ, ਸਤਿਗੁਰੂ ਖੁਸ਼ ਨੇ। ਉਹਨਾਂ ਨੂੰ ਸਤਿਗੁਰ ਸਰੂਪ ਦੀ ਸੇਵਾ ਮਿਲ ਗਈ। ਗੁਰੂ ਦੀ ਆਗਿਆ ਮੰਨਣ ਦੀ, ਉਹ ਆਗਿਆਕਾਰੀ ਬਣ ਜਾਂਦੇ, ਗੁਰੂ ਲਈ ਆਪਾ ਵਾਰਦੇ ਨੇ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ। ਜਿਨ੍ਹਾਂ ਦਾ ਮਨ ਇਕਾਗਰਤਾ ਵਿੱਚ ਇੱਧਰ ਤੁਰਨ ਤੇ ਖੁਸ਼ ਹੋ ਗਿਆ, ਰੱਬ ਉਹਨਾਂ ਦੇ ਮਨ ਤੇ ਖੁਸ਼ ਹੋ ਗਿਆ, ਉਹਨਾਂ ਦੇ ਸੁਭਾਅ ਤੇ ਖੁਸ਼ ਹੋ ਗਿਆ। ਉਹਨਾਂ ਦੇ ਮਨ ਵਿੱਚ ਰੱਬ ਦੇ ਮਾਰਗ ਦਾ ਰਸ ਵਸ ਗਿਆ, ਰੱਬ ਦੀ ਯਾਦ ਵਸ ਗਈ। ਮਿਲੀ ਕਿਵੇਂ ਗੁਰਮਤੀ ਹਰਨਾਮ ਸਮਾਏ। ਗੁਰਬਾਣੀ ਨੂੰ ਸਮਝਦਿਆਂ ਗੁਰੂ ਦਾ ਨਜ਼ਰੀਆ ਪਤਾ ਲੱਗਿਆ, ਗੁਰੂ ਦੀ ਸੋਚ, ਗੁਰੂ ਦੀ ਮੱਤ। ਫਿਰ ਅਸੀਂ ਵੀ ਉਸੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕੀਤਾ। ਗੁਰਮਤ ਦਾ ਧਾਰਨੀ ਜਦੋਂ ਮਨ ਬਣ ਗਿਆ, ਮੱਤ ਗੁਰਮਤ ਦੀ ਧਾਰਨੀ ਬਣ ਗਈ ਤੇ ਰੱਬ ਦੇ ਗਿਆਨ ਵਿੱਚ, ਸੱਚੇ ਗਿਆਨ ਵਿੱਚ, ਗਿਆਨ ਰੂਪੀ ਨਾਮ ਵਿੱਚ ਮਨ ਸਮਾ ਜਾਂਦਾ ਹੈ, ਜਿਉਣਾ ਸਿੱਖ ਜਾਂਦਾ ਹੈ। ਜਿੰਨਾ ਹੋਤਾ ਹੈ ਪੁੰਨ ਸੇ ਗਿਆਨ ਵਿਚਾਰੀ। ਅੰਦਰ ਖਜ਼ਾਨਾ ਹੈ, ਕਿਸੇ ਦੇ ਅੰਦਰ ਗੁਣਾਂ ਦਾ, ਕਿਸੇ ਦੇ ਅੰਦਰ ਔਗੁਣਾਂ ਦਾ। ਜਿਨ੍ਹਾਂ ਦੇ ਅੰਦਰ ਗੁਣਾਂ ਦਾ ਖਜ਼ਾਨਾ ਹੈ, ਪੁੰਨ, ਚੰਗੇ ਕੰਮ ਕਰਨ ਦੀ ਭਾਵਨਾ ਹੈ, ਚੰਗੇ ਕੰਮਾਂ ਦੇ ਮਾਰਗ ਲਈ, ਪਰਉਪਕਾਰ ਦੇ ਮਾਰਗ ਲਈ ਆਪਾ ਵਾਰਨ ਦੀ ਭਾਵਨਾ ਹੈ, ਉਹਨਾਂ ਦੇ ਅੰਦਰ ਇਹ ਪੁੰਨ ਉਹਨਾਂ ਦੇ ਖਜ਼ਾਨੇ 'ਚ ਹੈ ਤੇ ਉਹੀ ਗਿਆਨ ਦੀ ਵਿਚਾਰ ਕਰਦੇ। ਉਹਨਾਂ ਨੂੰ ਬੜਾ ਚੰਗਾ ਲੱਗਦਾ ਗੁਰੂ ਦਾ ਉਪਦੇਸ਼। ਉਹ ਆਪ ਜਿਉਂਦੇ ਨੇ, ਹੋਰਨਾਂ ਨੂੰ ਪ੍ਰੇਰਿਤ ਕਰਦੇ ਨੇ। ਜਿੰਨਾ ਭੋਤਾ ਹੈ ਪੁੰਨ ਤਿਨ ਹਉਮੈ ਮਾਰੀ। ਜਿਨ੍ਹਾਂ ਦੇ ਅੰਦਰ ਹਿਰਦੇ ਦੇ ਖਜ਼ਾਨੇ ਵਿੱਚ, ਮੱਤ ਦੇ ਖਜ਼ਾਨੇ ਵਿੱਚ ਗੁਰੂ ਦੇ ਉਪਦੇਸ਼ ਦਾ ਗਿਆਨ ਹੈ, ਹਿਰਦੇ ਦੇ ਖਜ਼ਾਨੇ ਵਿੱਚ ਗੁਰੂ ਦੇ ਵਿਰਸੇ ਨੂੰ ਸਮਰਪਿਤ ਹੋ ਕੇ ਜਿਉਣਾ, ਗੁਰੂ ਦੇ ਮਾਰਗ ਨੂੰ, ਰੱਬੀ ਮਾਰਗ ਨੂੰ ਸਮਰਪਿਤ ਹੋ ਕੇ ਪਰਉਪਕਾਰੀ ਜਿਉਣਾ। ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ 'ਚ ਪੋਤਾ ਹੁੰਦਾ ਹੈ, ਖਜ਼ਾਨਾ, ਪੋਤਾ ਹੈ ਖਜ਼ਾਨਾ। ਜਿਨ੍ਹਾਂ ਦੇ ਖਜ਼ਾਨੇ ਵਿੱਚ ਇਸ ਤਰ੍ਹਾਂ ਪੁੰਨ ਪ੍ਰਵਿਰਤੀ ਹੈ, ਉਹਨਾਂ ਨੂੰ ਆਪਣੇ ਸੁਭਾਅ 'ਤੇ ਹੰਕਾਰ ਨਹੀਂ ਹੁੰਦਾ, ਆਪਣੀ ਸੋਚ 'ਤੇ ਹੰਕਾਰ ਨਹੀਂ ਹੁੰਦਾ। ਉਹ ਆਪਣਾ ਸੁਭਾਅ ਆਪਣੇ ਗੁਰੂ ਨੂੰ ਸਮਰਪਿਤ ਕਰ, ਆਪਣੀ ਸੋਚ ਆਪਣੇ ਗੁਰੂ ਲਈ ਵਾਰਦੇ ਨੇ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਉਹ ਗਿਆਨ ਰੂਪੀ ਨਾਮ ਦੇ ਪਿਆਰ ਵਿੱਚ ਭਿੱਜਦੇ ਨੇ, ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਾ ਵਾਰਦੇ ਨੇ। ਉਹ ਰੱਬ ਦੇ ਧਿਆਨ ਰੂਪੀ ਨਾਮ ਨੂੰ ਵੀ ਸਮਰਪਿਤ ਹੁੰਦੇ ਨੇ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਤੇ ਰੱਬ ਦੀ ਭੈ ਭਾਵਨੀ ਵਿੱਚ ਫੈਸਲੇ ਲੈਂਦੇ ਨੇ। ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਸਾਨੂੰ ਵੀ ਐਸੇ ਗੁਰਸਿੱਖ ਬਣਨ ਦਾ ਚਾਉ ਜਾਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰ।